विधान सभा का इजलास जिहड़ा चल रहा है तो अज 9वां दिन आ। कल बजट पेश होया तो क्या जा रहा है कि इस बजट ने सारिਆਂ ਦਾ ਜਿਹੜਾ ध्यान खिंचा तो सब ਨੂੰ खुश कर दिता। ਇਹ ਪੋਪੂਲਿਸਟ ਵਾਅਦੇ ਹੁੰਦੇ ਆ ਜਿਹੜੇ ਸੱਤਾ 'ਚ ਆਉਣ ਵਾਸਤੇ ਕੀਤੇ ਜਾਂਦੇ ਵਾਅਦੇ ਆ। ਇਹਨਾਂ ਦੀ ਮਨਸ਼ਾ ਵਾਅਦਿਆਂ ਦੀ ਕਦੇ ਵੀ ਸਮਾਜ ਦਾ ਸੁਧਾਰ ਤੇ ਲੋਕਾਂ ਦੇ ਫਾਇਦੇ ਨਹੀਂ ਹੁੰਦੇ। ਜਦੋਂ ਸਵਾਲ ਕਰੀਦਾ ਤਾਂ ਕਹਿ ਦਿੰਦੇ ਕਰੋਨਾ ਆ ਗਿਆ ਸੀ। ਕਰੋਨਾ ਨਹੀਂ ਆ ਗਿਆ ਸੀ, ਦਰਅਸਲ ਕੋਈ ਇਲੈਕਸ਼ਨ ਨਹੀਂ ਆ ਰਹੇ ਸੀ। ਸਟੇਜਾਂ ਤੇ ਬਹਿ ਕੇ ਕਹੋ ਵੀ ਅਸੀਂ ਸਿਰਫ ਸੱਤਾ ਹਾਸਲ ਕਰਨ ਵਾਸਤੇ ਸਿਆਸਤ ਕਰਦੇ ਹਾਂ, ਸਾਡਾ ਮਕਸਦ ਸਿਰਫ ਸੱਤਾ ਦੀ ਭੁੱਖ ਹੈ, ਫਿਰ ਇਹ ਵਾਅਦੇ ਨਾ ਕਰਿਆ ਕਰੋ। ਫਿਰ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਵੀ ਨਾ ਖਾਓ, ਫਿਰ ਤੁਸੀਂ ਤਖਤ ਸਾਹਿਬ ਦੇ ਵੱਲ ਮੂੰਹ ਵੀ ਨਾ ਕਰੋ। ਪਾਲ ਖਹਿਰਾ ਨੇ ਸਪੈਸ਼ਲੀ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਜਿੱਥੇ ਬਾਕੀ ਸ਼ਹੀਦਾਂ ਦਾ ਨਾਂ ਲੈ ਰਹੇ ਉੱਥੇ ਨਵਰੀਤ ਨੂੰ ਵੀ ਸ਼ਹੀਦ ਕਿਹਾ ਜਾਵੇ। ਔਰ ਇਹ ਜਦੋਂ ਇਸ਼ੂਜ਼ ਚੱਕੇ ਤਾਂ ਜ਼ਾਹਰ ਜੀ ਗੱਲ ਸੀ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸੇ ਤਰੀਕੇ ਤਾਂ ਸ਼ਿਕੰਜਾ ਹੁਣ ਕੱਸਦੀ ਹੈ। ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਹੀ ਲਾਠੀ ਚਾਰਜ ਔਰਤਾਂ ਦੇ ਉੱਤੇ ਮਗਰ ਸਾਹਿਬ ਇਹ ਬੰਦ ਹੀ ਨਹੀਂ ਹੋ ਰਿਹਾ। ਅਸੀਂ ਕਸੂਰਵਾਰ ਆ ਮੀਡੀਆ ਵਾਲੇ, ਅਸੀਂ ਉਹਨਾਂ ਦਾ ਮੁੱਦਾ ਸਹੀ ਤਰੀਕੇ ਨਾਲ ਨਹੀਂ ਚੱਕਦੇ। ਅਸੀਂ ਕੁਛ ਇੱਕ ਕਹਿ ਲਓ ਕਿ ਸਾਨੂੰ ਵੀ ਲਾਭ ਜਿਹਾ ਹੋ ਜਾਂਦਾ ਹੈ ਕਿ ਅਸੀਂ ਸਿਰਫ ਹਾਈਲਾਈਟਡ ਖਬਰਾਂ ਵੱਲ ਵੱਧ ਧਿਆਨ ਦਿੰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਧੂਰ। ਅੱਜ ਦੀਆਂ ਦਿਨ ਭਰ ਦੀਆਂ तमाम ਖਬਰਾਂ ਦੀਆਂ ਹਾਈਲਾਈਟਸ ਤੇ ਚਰਚਾ ਕਰਨ ਦੇ ਲਈ ਫਿਰ ਤੋਂ ਜੁੜ ਬੈਠੇ ਹਾਂ। ਮੇਰੇ ਨਾਲ ਨੇ ਸਿਮਰਨਜੋਤ ਸਿੰਘ ਮੱਕੜ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਵਿਧਾਨ ਸਭਾ ਦਾ ਇਜਲਾਸ ਜਿਹੜਾ ਚੱਲ ਰਿਹਾ ਹੈਗਾ ਤੇ ਅੱਜ 9ਵਾਂ ਦਿਨ ਆ। ਕੱਲ ਬਜਟ ਪੇਸ਼ ਹੋਇਆ ਤੇ ਕਿਹਾ ਜਾ ਰਿਹਾ ਕਿ ਇਸ ਬਜਟ ਨੇ ਸਾਰਿਆਂ ਦਾ ਜਿਹੜਾ ਧਿਆਨ ਖਿੱਚਿਆ ਤੇ ਸਭ ਨੂੰ ਖੁਸ਼ ਕਰ ਦਿੱਤਾ। ਤੁਹਾਡੀਆਂ ਨਜ਼ਰਾਂ 'ਚ ਕੀ ਵਾਕਈ ਸਾਰੇ ਲੋਕ ਜਿਹੜੇ ਇਸ ਬਜਟ ਤੋਂ ਖੁਸ਼ ਹੈ? ਦੇਖੋ, ਖੁਸ਼ ਤਾਂ ਨੇ ਲੋਕ, ਪਰ ਇਹ ਇਸ ਕਰਕੇ ਖੁਸ਼ੀ ਹੈ ਵੀ ਸਰਕਾਰ ਦੀਆਂ ਚਾਲਾਂ ਰਮਨ ਐਕਸਪੋਜ਼ ਹੁੰਦੀਆਂ ਨਾ ਜੀ। ਹੁਣ ਲੋਕ ਸਮਝਦੇ ਜਾ ਰਹੇ ਆ। ਲੋਕ ਉਹ ਪੁਰਾਣੇ ਜ਼ਮਾਨੇ, ਹਾਲਾਂਕਿ ਅਵੇਅਰ ਤਾਂ ਪਹਿਲਾਂ ਵੀ ਹੁੰਦੇ ਸੀ ਲੋਕ ਜੀ, ਕਮਿਊਨੀਕੇਸ਼ਨ ਦੇ ਸਾਧਨ ਘੱਟ ਸੀ ਤਾਂ ਲੋਕਾਂ ਨੂੰ ਇਹ ਮੂਰਖ ਬਣਾ ਲੈਂਦੇ ਸੀ। 4 ਸਾਲ ਪਹਿਲਾਂ ਜਦੋਂ ਸੱਤਾ 'ਚ ਆਈ ਸਰਕਾਰ, ਉਹੀ ਪ੍ਰਸ਼ਾਂਤ ਕਿਸ਼ੋਰ ਸਾਹਿਬ, ਜਦੋਂ ਮੇਰੇ ਯਾਦ ਹੈ ਜਲਾਲਾਬਾਦ ਤੋਂ ਕੈਪਟਨ ਸਾਹਿਬ ਨੇ ਸ਼ੁਰੂਆਤ ਕੀਤੀ ਸੀ, ਕਿਉਂਕਿ ਸੁਖਬੀਰ ਬਾਦਲ ਦਾ ਹਲਕਾ ਸੀਗਾ ਤੇ ਮੈਂ ਵੀ ਉੱਥੇ ਮੌਜੂਦ ਸੀ ਉਸ ਵੇਲੇ ਜਦੋਂ ਅਨਾਉਂਸ ਕੀਤਾ ਸੀਗਾ ਕਿ ਕਰਜ਼ਾ ਮਾਫ ਕਰਾਂਗੇ ਹਰੇਕ ਦਾ, ਅਸੀਂ ਆੜਤੀਏ ਦਾ ਵੀ, ਕਾਰਪੋਰੇਟਾਂ ਦਾ ਵੀ ਕਰਾਂਗੇ। ਉਹ ਸਪੀਚ ਬਾਅਦ 'ਚ ਬੜੀ ਘੁੰਮੀ, ਚੈਨਲਾਂ ਨੇ ਬੜੀ ਚਲਾਈ ਕੈਪਟਨ ਸਾਹਿਬ ਦੀ ਉਹ ਜੀ। ਤਾਂ ਇਹ ਪੋਪੂਲਿਸਟ ਵਾਅਦੇ ਹੁੰਦੇ ਆ ਜਿਹੜੇ ਸੱਤਾ 'ਚ ਆਉਣ ਵਾਸਤੇ ਕੀਤੇ ਜਾਂਦੇ ਵਾਅਦੇ ਆ ਜੀ। ਇਹਨਾਂ ਦੀ ਮਨਸ਼ਾ ਵਾਅਦਿਆਂ ਦੀ ਕਦੇ ਵੀ ਸਮਾਜ ਦਾ ਸੁਧਾਰ ਤੇ ਲੋਕਾਂ ਦੇ ਫਾਇਦੇ ਨਹੀਂ ਹੁੰਦੇ। ਇਹ ਵਾਅਦੇ, ਇਹ ਪਟਾਰਾ ਬਣਾਇਆ ਜਾਂਦਾ ਹੈ ਵੀ ਕਿਹੜੇ ਸੈਕਟਰ ਨੇ, ਜਿਹੜੇ ਕਿਹੜੇ ਸੈਗਮੈਂਟ, ਉਹਨਾਂ ਨੂੰ ਟਾਰਗੇਟ ਕਰ ਲਈਏ ਜੀ। ਟਾਰਗੇਟ ਕਰਨ ਤੋਂ ਬਾਅਦ ਅਸੀਂ ਵੋਟ ਬੈਂਕ ਦੇਖਿਆ ਜਾਂਦਾ। ਜਿਹੜੇ ਹੁਣ ਪ੍ਰਸ਼ਾਂਤ ਕਿਸ਼ੋਰ ਸਾਹਿਬ ਰੱਖੇ ਗਏ ਆ ਜੀ, ਉਹ ਐਨਾਲਿਸਿਸ ਕਰਨ ਵਾਸਤੇ ਹੀ ਨੇ ਕਿ ਭਾਈ ਇੰਨੀਆਂ ਸੀਟਾਂ ਮਾਲਵੇ ਦੀਆਂ ਨੇ, ਇੰਨੀਆਂ ਮਾਝੇ ਦੀਆਂ ਨੇ, ਇੰਨੀਆਂ ਦੁਆਬੇ ਦੀਆਂ ਜੀ। ਫਿਰ ਉਹ 117 ਚੋਂ ਜਦੋਂ 3 ਚ ਇਹ ਵੰਡ ਲਏ, ਫਿਰ ਉਦੋਂ ਬਾਅਦ ਵੰਡ ਲੈਂਦੇ ਵੀ ਇੰਨੀਆਂ ਅਰਬਨ ਨੇ, ਇੰਨੀਆਂ ਰੂਰਲ ਨੇ, ਇੰਨੀਆਂ ਸੈਮੀ ਰੂਰਲ ਹੈ ਤੇ ਇੰਨੀਆਂ ਸੈਮੀ ਅਰਬਨ ਹੈ ਜੀ। ਫਿਰ ਉਹ 4 ਚ ਵੰਡ ਕੇ ਉਦੋਂ ਬਾਅਦ ਵੰਡਦੇ ਕੱਲੀ ਸੀਟ ਤੇ ਆ ਜਾਂਦੇ ਆ ਵੀ ਫਲਾਨੀ ਸੀਟ ਤੇ ਇੰਨੀ ਕਾਸਟ ਦੀ ਵੋਟ ਹੈ, ਫਲਾਨੀ ਕਾਸਟ ਦੀ ਹੈ ਜੀ, ਇੰਨੀ ਵੋਟ ਸਾਨੂੰ ਸਰਕਾਰ ਬਣਾਉਣ ਨੂੰ ਚਾਹੀਦੀ ਹੈ, ਇੱਥੇ ਅੱਗੇ ਇੱਥੇ ਪਿੱਛੇ। ਪੂਰਾ ਜਿਹੜਾ ਖਾਕਾ ਤਿਆਰ ਕਰਨ ਤੋਂ ਬਾਅਦ ਜੀ ਫਿਰ ਵਾਅਦਿਆਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ। ਇਹ ਐਂ ਨਹੀਂ ਅੱਜ ਕੱਲ, ਪਹਿਲਾਂ ਕੋਈ ਟਾਈਮ ਸੀਗਾ ਜੀ 20 ਸਾਲ ਪਹਿਲਾਂ ਮੈਨੂੰ ਮੇਰੇ ਯਾਦ ਹੈ ਕਿਸੇ ਕੋਈ ਬਹੁਤ ਪੋਲੀਟੀਸ਼ੀਅਨ ਕੋਲੇ ਮੈਂ ਬੈਠਾ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਪਾਰਟੀ ਨੇ ਨਾ ਆਪਦੇ ਮੈਨੀਫੈਸਟੋ 'ਚ ਲੈਪਟਾਪ ਦਾ ਵਾਅਦਾ ਕਰਤਾ। ਅਖਿਲੇਸ਼ ਯਾਦਵ ਨੇ ਵੀ ਕੀਤਾ ਸੀ ਜੀ। ਉਹ ਕਹਿੰਦੇ ਰਾਤ ਨਾ ਦਰਅਸਲ ਅਸੀਂ ਬੈਠੇ ਸੀ ਜੀ ਤੇ ਮੈਂ ਜਾ ਕੇ ਪ੍ਰਧਾਨ ਜੀ ਨੂੰ ਕਿਹਾ, ਪ੍ਰਧਾਨ ਜੀ ਬਾਕੀ ਤਾਂ ਠੀਕ ਹੈ, ਲੈਪਟਾਪ ਪਾਏ ਨਹੀਂ ਆਪਾਂ। ਤੇ ਉਹ ਕਹਿੰਦੇ ਅੱਛਾ, ਕਹਿੰਦੇ ਚਲੋ ਲੈਪਟਾਪ ਵੀ ਪਾ ਦਿਓ ਜੀ, ਦੇਣੇ ਥੋੜੀ ਹੁੰਦੇ ਆ, ਬਿਲਕੁਲ ਕਦੇ ਦਿੱਤੇ ਹੀ ਨਹੀਂ ਉਹ। ਤਾਂ ਇਸੇ ਤਰ੍ਹਾਂ ਜਿੰਨੇ ਵਾਅਦੇ ਨੇ ਨਾ, ਜਿਵੇਂ ਅਕਾਲੀ ਸਰਕਾਰ ਵੇਲੇ ਸਾਈਕਲ ਬਹੁਤ ਵੰਡੇ ਗਏ, ਪੜ੍ਹਾਈ ਦਾ ਕੰਮ ਸੀ, ਬਹੁਤ ਕੁੜੀਆਂ ਦਾ ਉਹਦੇ ਨਾਲ ਫਾਇਦਾ ਹੋਇਆ, ਪਰ ਉਹ ਵੰਡੇ ਕਦੋਂ ਜਾਂਦੇ ਆ ਜੀ, ਉਹਦੇ ਇਵੈਂਟਸ ਕੀ ਹੁੰਦੇ ਆ, ਇਹ ਸਾਰੇ ਸਿਰਫ ਤੇ ਸਿਰਫ ਚੋਣਾਂ ਤੇ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਹੁੰਦਾ ਹੈ। ਮੋਟਿਵ ਜਿਹੜਾ ਕਦੇ ਵੀ ਲੋਕਾਂ ਦੀ ਭਲਾਈ ਨਹੀਂ ਹੈ। ਹੁਣ ਤੁਸੀਂ ਇਸੇ ਬਜਟ ਦੀ ਤੁਸੀਂ ਗੱਲ ਕੀਤੀ ਕਿ ਖੁਸ਼ੀ ਬਹੁਤ ਹੈ ਔਰਤਾਂ ਵਾਸਤੇ। ਤੁਸੀਂ ਕਹਿਤਾ ਵੀ 100% ਔਰਤਾਂ ਲਈ ਅਸੀਂ ਫ੍ਰੀ ਕਰਤਾ ਬੱਸਾਂ 'ਚ ਜੀ। ਪਿਛਲੇ ਸਾਲ 3 ਮਾਰਚ 2020 ਨੂੰ ਵੀ ਤੁਸੀਂ ਕਿਹਾ ਸੀਗਾ ਕਿ 50% ਔਰਤਾਂ ਵਾਸਤੇ ਅਸੀਂ ਬੱਸਾਂ ਦੇ ਵਿੱਚ ਅਸੀਂ ਫ੍ਰੀ ਕਰਦੇ ਹਾਂ ਜੀ। ਉਹ ਲਾਗੂ ਹੀ ਨਹੀਂ ਹੋਇਆ ਕਦੇ। ਜਦੋਂ ਉਹ ਸਵਾਲ ਕਰੀਦਾ ਤਾਂ ਕਹਿ ਦਿੰਦੇ ਕਰੋਨਾ ਆ ਗਿਆ ਸੀ। ਕਰੋਨਾ ਨਹੀਂ ਆ ਗਿਆ ਸੀ, ਦਰਅਸਲ ਕੋਈ ਇਲੈਕਸ਼ਨ ਨਹੀਂ ਆ ਰਹੇ ਸੀ ਜੀ। ਹੁਣ ਇਲੈਕਸ਼ਨ ਈਅਰ ਹੈ, ਸਾਲ ਇਲੈਕਸ਼ਨ ਦਾ ਇਹ ਪੂਰਾ ਸਾਲ ਇਹੋ ਜਿਹੇ ਜਿਹੜੇ ਵਾਅਦੇ ਆ। ਤੁਸੀਂ ਦੇਖੋ, ਦਰਸ਼ਕ ਵੀ ਇਸ ਗੱਲ ਨੂੰ ਯਾਦ ਰੱਖਣ, ਇਹ ਔਨ ਰਿਕਾਰਡ ਰਹੂਗੀ ਮੇਰੀ ਗੱਲ ਕਹੀ ਹੋਈ। ਜਦੋਂ ਚੋਣਾਂ ਆਣਗੀਆਂ ਉਦੋਂ ਕੱਢ ਕੇ ਦੁਬਾਰਾ ਚਲਾ ਦੇਾਂਗੇ
ਕਿ ਜਦੋਂ ਇਵੈਂਟਸ ਅਨਫੋਲਡ ਹੋਣੇ ਆ, ਜਦੋਂ ਤੁਸੀਂ ਦੇਖਿਓ ਕਿ ਪਰਫੈਕਸ਼ਨ ਆਊਗੀ ਇਹਨਾਂ ਚੀਜ਼ਾਂ 'ਚ ਜੀ, ਹਜ਼ਾਰਾਂ ਕਰੋੜ ਰੁਪਏ ਇਹਨਾਂ ਚੀਜ਼ਾਂ ਤੇ ਖਰਚ ਹੁੰਦਾ ਹੈ ਰਮਨ। ਬਿਲਕੁਲ। ਕਿ ਜਿਹੜਾ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫੀ ਦੀ ਗੱਲ ਕੀਤੀ ਗਈ ਹੈ, ਉਹ ਬਿਲਕੁਲ ਨੇੜੇ ਜਾ ਕੇ ਪ੍ਰੋਪਰ ਉਹਦਾ ਇੱਕ ਇਵੈਂਟ ਬਣਾਇਆ ਜਾਊਗਾ ਜਿੱਥੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਣਾ ਹੈ। ਬਿਲਕੁਲ। ਇਸੇ ਤਰ੍ਹਾਂ ਸਮਾਰਟਫੋਨਾਂ ਦਾ ਪੈਸਾ ਜਿਹੜਾ ਤੁਸੀਂ ਦੇਖੋ ਰੱਖਿਆ ਗਿਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਤਾਂ ਬਹੁਤ ਲੇਮੈਨ ਦੇ ਤੌਰ ਤੇ ਮੋਟਾ ਹਿਸਾਬ ਲਾਣਾ, ਪਿਛਲੇ 4 ਸਾਲਾਂ ਦੇ ਵਿੱਚ ਇਨਫਲੇਸ਼ਨ ਆਇਆ। ਸਾਡੇ ਮਾਨਯੋਗ ਕੈਬਨਿਟ ਮਿਨਿਸਟਰ, ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਕਹਿੰਦੇ ਆ ਕਿ ਮੈਂ ਤਾਂ ਅਗਲੇ ਵਾਰ ਮੰਤਰੀ ਫਾਈਨਾਂਸ ਵਾਲਾ ਬਣਨਾ ਹੀ ਨਹੀਂਗਾ, ਕਿਉਂਕਿ ਇਹ ਸਿਆਪਾ ਹੈ। ਇਹ ਇਨਡਾਇਰੈਕਟ ਤੌਰ ਤੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਇਹ ਤਾਂ ਪੰਗਾ ਹੈ ਵੀ ਹਰੇਕ ਮੰਤਰੀ ਆ ਜਾਂਦਾ, ਮੇਰੇ ਕੋਲ ਹੈ ਹੀ ਨਹੀਂ, ਮੈਂ ਦੇਵਾਂ ਕਿੱਥੋਂ, ਮੈਨੂੰ ਮੈਨੇਜ ਕਰਨਾ ਔਖਾ ਹੈ। ਪਰ ਜੇ ਮੋਟੇ ਤੌਰ ਤੇ ਜੇ ਅਸੀਂ ਦੇਖੀਏ, ਜੇ ਲੇਮੈਨ ਦੇ ਤੌਰ ਤੇ, ਇੱਕ ਦੁਕਾਨਦਾਰ ਦੇ ਤੌਰ ਤੇ ਮੈਂ ਸੋਚਾਂ, 4 ਸਾਲ ਪਹਿਲਾਂ ਸਮਾਰਟਫੋਨ ਦੀ ਵੈਲਿਊ ਹੁਣ ਨਾਲੋਂ ਘੱਟ ਹੀ ਹੋਣੀ ਹੈ, ਵੱਧ ਨਹੀਂ ਹੋਣੀ। ਤਾਂ ਤੁਸੀਂ ਜਿੰਨਾ ਬਜਟ ਅੱਜ ਸਮਾਰਟਫੋਨ ਦਾ ਰੱਖਿਆ, 4 ਸਾਲ ਪਹਿਲਾਂ ਰੱਖ ਕੇ ਦੇ ਦਿੰਦੇ, ਵਾਅਦਾ ਪੂਰਾ ਕਰ ਦਿੰਦੇ, ਤਾਂ ਲੋਕਾਂ ਦੇ ਟੈਕਸ ਦਾ ਕਿੰਨਾ ਪੈਸਾ ਬਚ ਜਾਣਾ ਸੀ, ਇਹ ਦੱਸੋ। ਜਿਹੜੇ ਖੇਤ ਮਜ਼ਦੂਰਾਂ ਨੂੰ ਅੱਜ ਤੁਸੀਂ ਕਰਜ਼ਾ ਮਾਫ ਕਰਤਾ, 4 ਸਾਲ ਪਹਿਲਾਂ ਤੁਸੀਂ ਅਨਾਉਂਸ ਕਰਦੇ ਤੇ ਮਾਫੀ ਦੇ, ਉਹ ਕਰਜ਼ਾ ਮਾਫੀ ਹੋ ਜਾਂਦੀ ਹੌਲੀ ਹੌਲੀ, ਤਾਂ ਉਹਦੀ ਜਿਹੜੀ ਵਿਆਜ ਬਹੁਤ ਸਾਰੇ ਲੋਕਾਂ ਨੇ ਭਰੇ ਨਹੀਂ, ਉਹਨਾਂ ਦੀਆਂ ਵਿਆਜਾਂ ਵੱਧ ਗਈਆਂ। ਜਿਹੜਾ ਭਰਨ ਦੇ ਕਾਬਲ ਹੈ ਉਹਦੀ ਤਾਂ ਮਾਫੀ ਦੀ ਲੋੜ ਹੀ ਨਹੀਂ ਨਾ, ਉਹ ਤਾਂ ਭਰ ਰਿਹਾ ਹੈ। ਸਰਦਾਰਾ ਸਿੰਘ ਜੌਹਲ ਨੇ ਕਈ ਵਾਰ ਇਹ ਗੱਲ, ਮੈਂ ਇੰਟਰਵਿਊ ਉਹਨਾਂ ਦੀ ਕਰਦਾ ਹੁੰਦਾ ਸੀ, ਉਹ ਕਹਿੰਦੇ ਸੀਗੇ ਵੀ ਜਿਹੜਾ ਭਰ ਸਕਦਾ ਉਹ ਕਿਉਂ ਨਾ ਭਰੇ, ਜਿਹਦੇ ਕੋਲੇ ਵਸੀਲਾ ਹੈ ਉਹ ਕਿਉਂ ਨਾ ਮੋੜੇ। ਵੀ ਇਹ ਤਾਂ ਸਰਕਾਰ ਦਾ ਇਹ ਕਹਿ ਦੇਣਾ ਕਿ ਸਾਰਿਆਂ ਦਾ ਮਾਫ ਹੈ, ਇਹ ਤਾਂ ਮੂਰਖਤਾ ਹੁੰਦੀ ਹੈ, ਸਟੇਟ ਦੇ ਉੱਤੇ ਬਰਡਨ ਹੈ। ਚਲੋ ਕਰਤਾ, ਤੁਸੀਂ ਪੋਪੂਲਿਸਟ ਵਾਅਦਾ ਦੇਤਾ, ਵੋਟ ਲੈਣੀ ਹੈ, ਪਰ ਜੇ ਤੁਸੀਂ ਇਹ 4 ਸਾਲ ਪਹਿਲਾਂ ਕਰਦੇ ਜੋ ਤੁਸੀਂ ਵਾਅਦਾ ਕੀਤਾ ਸੀ, ਆਸਾਨ ਨਹੀਂ ਕਰ ਰਹੇ, ਤਾਂ ਵੋਟਾਂ ਪਈਆਂ। ਤੁਸੀਂ ਵਾਅਦਾ ਕੀਤਾ, ਲੋਕਾਂ ਨੂੰ ਮਹਿਸੂਸ ਹੋਇਆ, ਨੌਜਵਾਨਾਂ ਨੂੰ ਮਹਿਸੂਸ ਹੋਇਆ ਸਾਨੂੰ ਨੌਕਰੀ ਮਿਲੂਗੀ, ਕਰਜ਼ੇ ਵਾਲੇ ਨੂੰ ਲੱਗਿਆ, ਖੇਤ ਮਜ਼ਦੂਰ ਨੂੰ ਤੇ ਕਿਸਾਨ ਨੂੰ ਵੀ ਸਾਡਾ ਕਰਜ਼ਾ ਮਾਫ ਹੋ ਜਾਊਗਾ। ਜਿਹਨੂੰ ਕੋਈ ਫੋਨ ਚਾਹੀਦਾ ਸੀਗਾ, ਕੋਈ ਪੜ੍ਹਨ ਵਾਸਤੇ ਚਾਹੀਦਾ, ਜਾਂ ਕਿਸੇ ਨੇ ਕਿਸੇ ਨਾਲ ਗੱਲਬਾਤ ਹੀ ਕਰਨੀ ਹੁੰਦੀ ਹੈ, ਤਾਂ ਉਹਨੂੰ ਲੱਗਿਆ ਵੀ ਸ਼ਾਇਦ ਮੈਨੂੰ ਉਹ ਫੋਨ ਮਿਲ ਜਾਊਗਾ। ਹਾਲਾਂਕਿ ਬਾਅਦ ਚ ਕੰਡੀਸ਼ਨਸ ਆ ਗਈਆਂ ਵੀ ਇਹ ਇਕੱਲੇ ਪਹਿਲਾਂ +2 ਵਾਲਿਆਂ ਨੂੰ ਦਿੱਤੇ, ਫਿਰ ਉਹ ਜ਼ਿਲ੍ਹਾ ਵਾਈਜ਼ ਰੱਖਤੀਆਂ ਕੰਡੀਸ਼ਨਸ। ਪਰ ਓਵਰਆਲ ਜੇ ਕੰਡੀਸ਼ਨ ਦੇਖੀਏ, ਤੁਸੀਂ 4 ਸਾਲਾਂ ਚ ਇਕਨੋਮਿਕ ਲਾਸ ਕਿੰਨਾ ਕਰਤਾ ਸਟੇਟ ਦਾ, ਤੁਹਾਡੀ ਗਲਤੀ ਕਰਕੇ। ਕਿ ਜੇ ਤੁਸੀਂ ਨਹੀਂ ਪੂਰਾ ਕਰ ਸਕਦੇ ਸੀ, ਤੁਹਾਨੂੰ ਜਦੋਂ ਤੁਸੀਂ ਸਰਕਾਰ ਚ ਆਏ, ਸੱਤਾ ਚ ਆਏ 17 ਚ, ਉਦੋਂ ਪਹਿਲਾਂ ਤੁਹਾਨੂੰ ਕੰਡੀਸ਼ਨ ਪਤਾ ਹੀ ਨਹੀਂ ਸੀ, ਤੁਸੀਂ ਐਡੇ ਭੋਲੇ ਸੀਗੇ। ਪਰ ਮੱਕੜ ਸਾਹਿਬ, ਇਹ ਵੀ ਤਾਂ ਹੁੰਦਾ ਨਾ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਲੋਕਾਂ ਦੀ ਜਿਹੜੀ ਮੈਮਰੀ ਹੈ ਉਹ ਬਹੁਤ ਸ਼ਾਰਟ ਟਾਈਮ ਦੀ ਹੈਗੀ ਆ, ਤੇ ਉਹਨਾਂ ਨੂੰ ਪਤਾ ਵੀ ਜੇ 4 ਸਾਲ ਪਹਿਲਾਂ ਦੇ ਦਿੰਦੇ ਤੇ ਹੁਣ ਨੂੰ ਕੋਈ ਹੋਰ ਕੁਝ ਹੋ ਜਾਂਦਾ ਤੇ ਲੋਕਾਂ ਨੇ ਭੁੱਲ ਜਾਣਾ ਸੀ। ਉਹਨਾਂ ਨੂੰ ਲੱਗਦਾ ਕਿ ਵੋਟਾਂ ਨੇੜੇ ਆ ਤੇ ਹੁਣ ਯਾਦ ਰਹੂਗਾ। ਫਿਰ ਮੰਨ ਲਓ, ਕਹਿ ਦਿਓ ਆ ਕੇ ਸਟੇਜਾਂ ਤੇ ਬਹਿ ਕੇ ਕਹੋ ਵੀ ਅਸੀਂ ਸਿਰਫ ਸੱਤਾ ਹਾਸਲ ਕਰਨ ਵਾਸਤੇ ਸਿਆਸਤ ਕਰਦੇ ਆਂ, ਸਾਡਾ ਮਕਸਦ ਸਿਰਫ ਸੱਤਾ ਦੀ ਭੁੱਖ ਹੈ। ਫਿਰ ਇਹ ਵਾਅਦੇ ਨਾ ਕਰਿਆ ਕਰੋ, ਫਿਰ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਵੀ ਨਾ ਖਾਓ, ਫਿਰ ਤੁਸੀਂ ਤਖਤ ਸਾਹਿਬ ਦੇ ਵੱਲ ਮੂੰਹ ਵੀ ਨਾ ਕਰੋ, ਫਿਰ ਇਹ ਇਮੋਸ਼ਨਸ ਨਾਲ ਖੇਡਣਾ ਹੈ। ਫਿਰ ਤੁਸੀਂ ਸਿਆਸਤ ਦੀਆਂ ਤਬਦੀਲੀਆਂ ਤੇ ਵੱਡੇ ਭਾਸ਼ਣ ਜਾਂ ਉਰਦੂ ਦੇ ਸ਼ੇਅਰ ਮਾਰ ਕੇ ਤੁਸੀਂ ਲੋਕਾਂ 'ਚ ਇਹ ਨਾ ਕਹੋ ਕਿ ਅਸੀਂ ਤੁਹਾਡੇ ਵਾਸਤੇ ਆਂ। ਫਿਰ ਤੁਸੀਂ ਕਹਿ ਦਿਓ ਕਿ ਅਸੀਂ ਸੱਤਾ ਦੇ ਭੁੱਖ ਵਾਸਤੇ, ਸੱਤਾ ਦੀ ਸਿਆਸਤ ਦੀ ਲੋਭ ਤੇ ਲਾਭ ਵਾਸਤੇ ਅਸੀਂ ਬੈਠੇ ਆਂ, ਪਾਵਰ ਦੇ ਨਸ਼ੇ ਵਾਸਤੇ ਅਸੀਂ ਬੈਠੇ ਆਂ। ਅਸੀਂ ਤੁਹਾਨੂੰ 4 ਸਾਲ ਕੁਝ ਨਹੀਂ ਦੇਵਾਂਗੇ, 5ਵੇਂ ਸਾਲ ਜਾ ਕੇ ਜੋ ਅਸੀਂ ਕਿਹਾ ਸੀ ਉਹਦੇ ਚੋਂ ਕੁਝ ਲੋਲੀਪੌਪ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਦੇਵਾਂਗੇ, ਫਿਰ ਤੁਹਾਨੂੰ ਲੱਗੂਗਾ ਹੋ ਜਾਣਗੀਆਂ। ਤੁਸੀਂ ਦੇਖੋ, ਚਰਨਜੀਤ ਚੰਨੀ ਨੇ ਜਦੋਂ ਇਹ ਬਿਆਨ ਦਿੱਤਾ ਵੀ ਸੁਖਬੀਰ ਬਾਦਲ, ਉਸ ਵੇਲੇ ਵਿਧਾਨ ਸਭਾ 'ਚ ਮੌਜੂਦ ਸੀ ਰਮਨ, ਸੁਖਬੀਰ ਬਾਦਲ ਨੇ ਜਦੋਂ ਇਹ ਪੁੱਛਿਆ ਵੀ ਦੱਸੋ ਤੁਸੀਂ ਆਪਦੀ ਸਰਕਾਰ ਦਾ ਇੱਕ ਕੰਮ ਦੱਸ ਦਿਓ, ਚਰਨਜੀਤ ਚੰਨੀ ਨੇ ਕਿਹਾ ਕਿ ਉਹਨਾਂ ਨੇ ਪੱਚ ਲਾਏ ਸੀ, ਸੜਕਾਂ ਤੇ ਪੈਚ ਵਰਕ ਕੀਤਾ ਸੀ, ਮਜ਼ਾਕ ਉਡਾਇਆ। ਮੈਂ ਕਹਿੰਦਾ ਬਿਲਕੁਲ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੀ, ਰੋਂਗ ਸੀ ਅਕਾਲੀ ਦਲ ਨੇ ਮਜ਼ਾਕ ਉਡਾਇਆ ਉੱਤੇ। ਉਹ ਬਿਲਕੁਲ ਠੀਕ ਕਹਿ ਰਹੇ ਸੀ। ਹੁਣ ਵੀ ਤਾਂ ਸੜਕਾਂ ਦੀ ਰਿਪੇਅਰ ਵਾਸਤੇ ਪੈਸਾ ਰੱਖਿਆ, ਮੁਰੰਮਤ ਵਾਸਤੇ, ਤੇ ਉਹ ਰਿਪੇਅਰ ਵਾਸਤੇ ਉਦੋਂ ਰੱਖਿਆ ਤੇ ਉਹਨਾਂ ਨੂੰ ਯਾਦ ਉਹੀ ਹੋਣਾ ਨਾ ਜੋ ਸਰਕਾਰ ਨੇ ਕੀਤਾ। ਜਾਂ ਤਾਂ ਤੁਸੀਂ ਕਹੋ ਵੀ ਅਸੀਂ ਹਾਈਵੇਜ਼ ਬਣਾਤੇ, ਨਵੀਆਂ ਸੜਕਾਂ, ਇੰਨੇ 100 ਕਿਲੋਮੀਟਰ ਦਾ ਜਾਲ ਵਿਛਾਤਾ, ਫਿਰ ਤਾਂ ਉਹ ਠੋਕ ਕੇ ਕਹਿ ਦਿੰਦੇ। ਸੋ ਮਜ਼ਾਕ ਨਹੀਂ ਉੱਥੇ ਉਡਾਉਣਾ ਚਾਹੀਦਾ ਸੀਗਾ, ਜੋ ਸੱਚ ਸੀ ਉਹਨਾਂ ਨੇ ਸੱਚ ਗੱਲ ਕੀਤੀ। ਦੇਖੋ, ਤੁਸੀਂ ਬਹੁਤ ਸਪਸ਼ਟ ਤੇ ਸਾਫ਼ ਗੱਲ ਹੈ ਰਮਨ ਪਿਛਲੇ 70-75 ਸਾਲਾਂ ਦੇ ਵਿੱਚ ਇਸੇ ਤਰ੍ਹਾਂ ਇਹ ਕੁਝ ਜਿਹੜਾ ਸਟਾਈਲ ਆਫ ਵਰਕਿੰਗ ਕਾਂਗਰਸ ਨੇ ਸ਼ੁਰੂ ਤੋਂ ਹੀ ਦਿੱਤਾ, ਫਿਰ ਬਾਕੀ ਪਾਰਟੀਆਂ ਨੇ ਅਡਾਪਟ ਕੀਤਾ, ਫਿਰ ਕੁਝ ਪਾਰਟੀਆਂ ਦੇ ਏਜੰਡਾ ਬਦਲ ਲਿਆ ਵੀ ਇਹ ਕਾਂਗਰਸ ਇਸ ਸੈੱਟ ਏਜੰਡੇ ਤੇ ਚੱਲਦੀ ਸੀ। ਜਨਸੰਘ ਆਇਆ, ਜਾਂ ਉਸ ਤੋਂ ਬਾਅਦ ਭਾਜਪਾ ਜਦੋਂ
ਦੇਸ਼ 'ਚ ਵੱਡੀ ਪਾਵਰ ਬਣਦੀ ਹੈ, ਉਹਨਾਂ ਨੇ ਆਪਦਾ ਸਟਾਈਲ ਬਦਲ ਕੇ ਉਹ ਨੈਸ਼ਨਲਿਜ਼ਮ ਤੇ ਧਰਮ ਤੇ ਆਧਾਰਿਤ ਸਿਆਸਤ ਵੱਲ ਚਲੇ ਗਏ। ਉਹ ਉਸ ਲੈਵਲ ਦੇ ਉੱਤੇ ਲੋਕਾਂ ਨੂੰ ਉਹ ਪੋਪੂਲਿਜ਼ਮ ਉਹਨਾਂ ਦਾ ਡਿਫਰੈਂਟ ਹੈ। ਉਹ ਰਾਮ ਰਾਜ ਦੀ ਗੱਲ ਕਰਕੇ ਹੁਣ ਵੀ ਜਦੋਂ ਤੁਸੀਂ ਦੇਖੋ ਕਿ ਬੰਗਾਲ ਦੀਆਂ ਚੋਣਾਂ ਨੇ ਗੱਲ ਰਾਮ ਰਾਜ ਦੀ ਹੋ ਰਹੀ ਹੈ, ਭਗਵਾਨ ਸ਼੍ਰੀ ਰਾਮ ਦੀ ਹੋ ਰਹੀ ਹੈ, ਤੁਸੀਂ ਦੇਖੋ ਹਨਾ। ਸਿਰਫ ਇਸ ਗੱਲ ਦੇ ਉੱਤੇ ਡਿਸਕਸ ਹੋ ਰਿਹਾ ਕਿ ਜੈ ਸਿਆ ਰਾਮ ਕਿਹਾ ਜਾਵੇ ਜਾਂ ਜੈ ਸ਼੍ਰੀ ਰਾਮ ਕਿਹਾ ਜਾਵੇ, ਦੋਨੋਂ ਸਤਿਕਾਰਤ ਨੇ ਸਾਡੇ ਵਾਸਤੇ। ਬਿਲਕੁਲ ਬਿਲਕੁਲ, ਮਾਤਾ ਸੀਤਾ ਵੀ ਸਤਿਕਾਰਤ ਨੇ, ਭਗਵਾਨ ਰਾਮ ਵੀ ਸਤਿਕਾਰਤ ਨੇ। ਪਰ ਗੱਲ ਇਹ ਸਵਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਇੰਨੇ ਸਾਲ ਲੈਫਟ ਨੇ ਸਿਆਸਤ ਕੀਤੀ, ਉੱਥੇ ਰਾਜ ਕੀਤਾ, ਲੈਫਟ ਕੁਝ ਨਹੀਂ ਕਰ ਸਕਿਆ ਤਾਂ ਮਮਤਾ ਬੈਨਰਜੀ ਆਈ। ਇੰਨੇ ਸਾਲ ਜੇ ਮਮਤਾ ਬੈਨਰਜੀ ਨੇ ਨਹੀਂ ਕੁਝ ਕੀਤਾ ਤਾਂ ਤੁਸੀਂ ਕਹੋ ਵੀ ਅਸੀਂ ਆਹ ਚੀਜ਼ਾਂ ਕਰਾਂਗੇ ਤਾਂ ਅਸੀਂ ਸਿਆਸਤ ਚ ਆਵਾਂਗੇ। ਬਿਲਕੁਲ, ਤਾਂ ਇਹ ਪੋਲਿਟਿਕਸ ਦਾ ਸਟਾਈਲ ਭਾਜਪਾ ਦਾ ਹੈ। ਹੁਣ ਪੰਜਾਬ 'ਚ ਉਹੀ ਚੀਜ਼ਾਂ ਨੇ। ਪੰਜਾਬ 'ਚ ਅਕਾਲੀ ਦਲ ਵੀ ਉਸੇ ਤਰ੍ਹਾਂ ਦੀ ਸਿਆਸਤ ਕਰਦਾ, ਕਾਂਗਰਸ ਵੀ ਕਰਦੀ ਹੈ। ਪੋਪੂਲਿਜ਼ਮ, ਪੋਪੂਲਿਸਟ ਵਾਅਦੇ ਦੇ ਦੇਣੇ। ਜਿਵੇਂ ਅਕਾਲੀ ਦਲ ਨੇ ਪਾਣੀ ਦੀਆਂ ਬੱਸਾਂ ਦੀ ਗੱਲ ਕੀਤੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਪਾਣੀ ਦੀਆਂ ਬੱਸਾਂ ਉਹਨਾਂ ਨੇ ਚਲਾਤੀਆਂ ਸੀ ਜੀ। ਫਿਰ ਉਹ ਪਤਾ ਨਹੀਂ ਕਿਉਂ ਕਾਂਗਰਸ ਸਰਕਾਰ ਕਿਉਂ ਉਹਨੂੰ ਕੈਰੀ ਫਾਰਵਰਡ ਨਹੀਂ ਕਰ ਸਕੀ, ਚਲਾ ਕਿਉਂ ਨਹੀਂ ਸਕੀ ਜੀ। ਪਰ ਤੁਸੀਂ ਕੱਲੀ ਚੀਜ਼ ਦੇਖੋ, ਜੇ ਤੁਸੀਂ ਅੱਜ ਕਹਿ ਰਹੇ ਹੋ ਕਿ ਅਸੀਂ ਔਰਤਾਂ ਲਈ ਮਾਫ ਪੂਰਾ ਜਿਹੜਾ ਕਿਰਾਇਆ ਜਿਹੜਾ ਉਹ ਫ੍ਰੀ ਕਰਤਾ, ਤਾਂ ਪਹਿਲਾਂ ਇਹਦਾ ਕਾਰਨ ਤਾਂ ਦੇ ਦਿੰਦਾ ਵੀ ਪਿਛਲਾ 50% ਜਦੋਂ ਕੀਤਾ ਸਾਲ ਹੋ ਗਿਆ, 2 ਸਾਲਾਂ ਚ ਵਾਧਾ ਸੀ ਜੀ। 3 ਮਾਰਚ 2020 ਦਾ ਉਹ ਵਾਧਾ ਸੀਗਾ ਪਿਛਲੇ ਬਜਟ ਦੇ ਵਿੱਚ ਵੀ ਉਹ ਅਸੀਂ 50% ਕਰਾਂਗੇ। ਪਰ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਵੀ ਹੁਣ ਕੁਝ ਸ਼ਰਤਾਂ ਜਿਹੜੀਆਂ ਇੱਕ ਵਾਰ ਦੇ ਲੋਕ ਖੁਸ਼ ਹੋ ਗਏ ਆ, ਬੀਬੀਆਂ ਖਾਸ ਤੌਰ ਤੇ ਬਹੁਤ ਖੁਸ਼ ਹੋ ਗਈਆਂ ਵੀ ਅਸੀਂ ਫ੍ਰੀ ਆਫ ਕਾਸਟ ਜਿਹੜਾ ਹੈਗਾ ਸਫ਼ਰ ਕਰਨਾ, ਤੇ ਨਾਲ ਦੀ ਨਾਲ ਹੀ ਹੁਣ ਇਹ ਚੀਜ਼ ਵੀ ਆ ਗਈ, ਇੱਕ ਸ਼ਰਤ ਸਾਹਮਣੇ ਆਈ ਗਈ ਕਿ ਏਸੀ ਵਾਲੀਆਂ ਬੱਸਾਂ 'ਚ ਨਹੀਂ ਬਹਿ ਸਕਦੀਆਂ ਬੀਬੀਆਂ। ਜੇ ਫ੍ਰੀ ਦਾ ਸਫ਼ਰ ਕਰਨਾ ਤੁਸੀਂ ਜਿਹੜੀਆਂ ਦੂਜੀਆਂ ਬੱਸਾਂ ਦੇ ਵਿੱਚ ਬੈਠ ਜਾਓ। ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਹੋਰ ਵੀ ਸ਼ਰਤਾਂ ਆ ਜਾਣ ਜਿਹਦੇ ਵਿੱਚ ਅੱਧ ਨਾਲੋਂ ਵੀ ਅੱਧ ਰਹਿ ਜਾਊਗਾ ਫ੍ਰੀ ਸਫ਼ਰ ਕਰਨ ਵਾਲੀ ਬੀਬੀਆਂ ਦਾ? ਪਹਿਲਾਂ ਹੀ ਸਰਕਾਰੀ ਟਰਾਂਸਪੋਰਟੇਸ਼ਨ ਦਾ ਤਾਂ ਪੱਠਾ ਬੈਠਿਆ ਪਿਆ ਜੀ। ਕਿੰਨੇ ਕੁ ਲੋਕ ਰਹਿ ਗਏ ਜਿਹੜੇ ਹੁਣ ਉਹਦੇ ਟਰੈਵਲ ਕਰਦੇ, ਪਰ ਇਹਦੇ ਨਾਲ ਜੋ ਹਾਲ ਬਣ ਗਏ। ਪਹਿਲੀ ਗੱਲ ਹੈ ਜੀ, ਪ੍ਰਾਈਵੇਟ ਸੈਕਟਰ ਨੂੰ ਇੰਨਾ ਕਿ ਜ਼ਿਆਦਾ ਬੂਸਟ ਕੀਤਾ ਸਰਕਾਰਾਂ ਨੇ ਟਰਾਂਸਪੋਰਟੇਸ਼ਨ ਦੇ ਵਿੱਚ ਕਿ ਰਹਿ ਨਹੀਂ ਗਿਆ। ਰਹਿ ਜਿਹੜੇ ਗਏ ਨੇ, ਜਿਹੜੇ ਕੋਈ ਗਰੀਬ ਗੁਰਬਾ ਵਿਚਾਰਾ, ਉਹਨੂੰ ਫਾਇਦਾ ਤਾਂ ਇਹਦੇ ਨਾਲ ਹੋਊਗਾ, ਨੋ ਡਾਊਟ। ਪਰ ਜਿਹੜਾ ਪੇ ਕਰ ਸਕਦਾ ਉਹ ਕਿਉਂ ਨਾ ਪੇ ਕਰੇ। ਇਹਦੇ ਨਾਲ ਜੈਂਡਰ ਡਿਸਕ੍ਰਿਮੀਨੇਸ਼ਨ, ਹਾਲਾਂਕਿ ਇਹ ਗੱਲ ਬੜੀ ਅਜੀਬ ਲੱਗੂਗੀ ਸੁਣਨ ਵਾਲਿਆਂ ਨੂੰ, ਇਹ ਵੀ ਕਹਿ ਦੇਣਗੇ ਕਿ ਇਹ ਕੀ ਬੋਲ ਰਹੇ ਆ, ਪਰ ਇਹ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਤਾਂ ਇਹ ਹੋਇਆ ਪਤਾ ਕਿਉਂ ਹੈ ਜੀ। ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਕਰਤਾ ਸੀ ਜੀ। ਹੁਣ ਉਹ ਸਾਰੇ ਜਿਹੜੇ ਆਪਦੇ ਖਾਨੇ ਆ ਨਾ ਸਰਕਾਰ, ਉਹ ਫਿੱਟ ਕਰਕੇ ਰੱਖਣਾ ਚਾਹੁੰਦੀ ਹੈ। ਜਦੋਂ ਉਹ ਖੇਡਦੇ ਸੀ ਨਾ, ਗਲੀ 'ਚ ਖੇਡਦੇ ਸੀ ਖਾਨਾ ਮੱਲਣ ਵਾਲੀ, ਜਿਹੜਾ ਵਿਚਾਲੇ ਰਹਿ ਗਿਆ ਉਹਦੀ ਵਾਰੀ ਹੁੰਦੀ ਸੀ। ਇਹ ਵਾਰੀ ਨਹੀਂ ਦੇਣਾ ਚਾਹੁੰਦੀ ਸਰਕਾਰ, ਇਹ ਖਾਨੇ ਮੱਲ ਕੇ ਰੱਖਣਾ ਚਾਹੁੰਦੀ ਵੀ ਅਸੀਂ ਉੱਥੇ ਕਾਬਜ ਰਹੀਏ। ਇਹ ਸਿਰਫ ਖਾਨਾ ਮੱਲਿਆ ਜਾ ਰਿਹਾ। ਹੋ ਸਕਦਾ ਇਹ ਲਾਗੂ ਵੀ ਨਾ ਹੋਵੇ, ਇਹ ਵੀ ਗੱਲ ਹੈ। ਹੋ ਸਕਦਾ ਜੇ 2 ਸਾਲਾਂ 'ਚੋਂ ਕਿਹਾ ਸੀ 2 ਸਾਲਾਂ 'ਚ ਉਹਨੂੰ ਲਾਗੂ ਕਰਾਂਗੇ, ਪਰ ਇਹ ਵੀ ਪੋਸਿਬਿਲਿਟੀ ਹੈ ਵੀ ਜਮਾਂ ਨੇੜੇ ਜਾ ਕੇ, ਬਿਲਕੁਲ ਹੁਣੇ ਅਨਾਉਂਸਮੈਂਟਸ ਹੋ ਗਈਆਂ, ਇਹ ਸਾਲ ਹੌਲੀ ਹੌਲੀ ਹੁਣ ਬਿਆਨਬਾਜ਼ੀਆਂ ਦਾ ਨਿਕਲਣਾ ਹੈ। ਬਿਆਨਬਾਜ਼ੀਆਂ ਤੋਂ ਬਾਅਦ ਚੋਣ ਜ਼ਾਬਤੇ ਤੋਂ ਪਹਿਲਾਂ ਅਸੈਸਮੈਂਟ ਜੀ ਹੋ ਜਾਂਦੀ ਵੀ ਹੁਣ ਦਸੰਬਰ ਦੇ ਨੇੜੇ ਜਾਂ ਜਨਵਰੀ ਦੇ ਨੇੜੇ ਜਾ ਕੇ ਚੋਣ ਜ਼ਾਬਤਾ ਲੱਗ ਸਕਦਾ ਹੈ। 40 ਦਿਨ ਦਾ ਉਦੋਂ ਸਮਾਂ ਜਿਹੜਾ ਮਿਲ ਜਾਂਦਾ। ਉਦੋਂ ਪਹਿਲਾਂ ਇਹਨਾਂ ਨੇ ਨਵੰਬਰ ਦੇ ਨੇੜੇ ਪਟਾਕੇ ਜਿਵੇਂ ਵੱਜਦੇ ਨਾ ਦੀਵਾਲੀ ਵਾਲੇ, ਉਦੋਂ ਵਜਾਉਣੇ ਆ ਵੀ ਆਹ ਚੱਕੋ। ਅੱਜ ਪਤਾ ਲੱਗ ਰਿਹਾ ਜੀ ਸੀਐਮ ਸਾਹਿਬ ਜਾ ਰਹੇ ਆ ਜਿੱਥੇ ਖੇਤ ਮਜ਼ਦੂਰਾਂ ਦਾ ਵੱਡਾ ਕੋਈ ਪ੍ਰੋਗਰਾਮ ਹੋ ਰਿਹਾ। ਗੁਰਦਾਸ ਮਾਨਸੇ ਸੱਦ ਲਏ ਸੀ ਜਿਵੇਂ ਇਹਨਾਂ ਨੇ, ਉਹ ਕਿੰਨੇ ਲੱਖ ਰੁਪਏ ਬੋਝ ਉਹਦੇ ਤੇ ਹੀ ਪਾਤਾ ਵੀ ਮਾਨ ਸਾਹਿਬ ਆ ਰਹੇ, ਕਰਜ਼ਾ ਮਾਫੀ। ਕਿੱਡੀ ਤਰਾਸਦੀ ਦੀ ਗੱਲ ਸੀ। ਦੇਖੋ ਇਹ ਵੀ ਮਕਰ ਸਾਹਿਬ ਮੈਂ ਸਮਝਣਾ ਚਾਹੁੰਦੀ ਹਾਂ ਦੇ ਨਾਲ ਹੀ ਕਿ ਇੱਕ ਪਾਸੇ ਕਰਜ਼ਾ ਮਾਫੀ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਨੇ, ਤੇ ਬਜਟ ਦੇ ਵਿੱਚ ਕਹਿੰਦੇ ਆ ਵੀ ਕਿਸਾਨਾਂ ਨੂੰ ਰਾਹਤ ਹੀ ਰਾਹਤ ਹੈ। ਦੂਜੇ ਪਾਸੇ ਜੇ ਕੇਂਦਰ ਸਰਕਾਰ ਦਾ ਬਜਟ ਦੇਖੀਏ ਤੇ ਬੜੀ ਨਿਰਾਸ਼ਾ ਹੋਈ ਸੀ ਲੋਕਾਂ ਨੂੰ ਵੀ, ਕਿਸਾਨਾਂ ਦਾ ਜ਼ਿਕਰ ਹੀ ਨਹੀਂ ਹੈਗਾ ਕਿਤੇ। ਕੇਂਦਰ ਸਰਕਾਰ ਦੇ ਸਾਥ ਤੋਂ ਬਿਨਾਂ ਪੰਜਾਬ ਸਰਕਾਰ ਜਦੋਂ ਕਿ ਕਰਜ਼ੇ ਦੀ ਗੱਲ ਹੁੰਦੀ ਹੈ ਕਿ ਆਪ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਪੰਜਾਬ, ਉਦੋਂ ਕਿੰਨਾ ਕੁ ਲੱਗਦਾ ਕਿ ਕਿਸ ਹੱਦ ਤੱਕ ਪੋਸੀਬਲ ਹੈਗੀ ਕਿ ਆਪਣੇ ਵਾਅਦੇ ਨਿਭਾ ਪਾਓ ਜਦੋਂ ਕਿ ਕੇਂਦਰ ਸਰਕਾਰ ਦਾ ਸਾਥ ਹੀ ਨਹੀਂ ਹੈਗਾ ਇਸ ਮਾਮਲੇ 'ਚ? ਦੇਖੋ ਪੰਜਾਬ ਸਰਕਾਰ ਤੋਂ ਫੋਕਸ ਨਾ ਇਸ ਵੇਲੇ ਹਟਿਆ ਹੋਇਆ। ਧੰਨਵਾਦ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ, ਕੇਂਦਰ ਦੀ ਸਰਕਾਰ ਦਾ ਜੀ, ਕਿਉਂਕਿ ਅਸੀਂ ਸਾਰੇ ਕਿਸਾਨੀ ਖਾਤਰ ਲੜ ਰਹੇ ਹਾਂ ਔਰ ਕਿਸਾਨੀ ਦੀ ਜਿਹੜੀ ਲੜਾਈ ਹੈ ਉਹ ਕੇਂਦਰ ਦੇ ਖਿਲਾਫ ਹੈ। ਕੇਂਦਰ 'ਚ ਭਾਜਪਾ ਦੀ ਸਰਕਾਰ ਹੈ। ਮੋਦੀ ਸਾਹਿਬ ਨੂੰ ਰੋਜ਼ ਅਣਗਿਣਤ ਤੁਸੀਂ ਲਾਹਨਤਾਂ ਵੱਖੋ-ਵੱਖ ਮਾਧਿਅਮ ਤੋਂ ਲੋਕ ਆਪਦੇ ਸੋਸ਼ਲ ਤੇ ਪਾ ਰਹੇ ਹੈ। ਮੀਡੀਆ ਵੀ ਸਵਾਲ ਕਰ ਰਿਹਾ ਹੈ ਜੀ, ਪਰ ਜਿਹੜੇ ਸਵਾਲ ਪੰਜਾਬ ਦੀ ਸਰਕਾਰ ਨੂੰ ਹੋਣੇ ਚਾਹੀਦੇ ਸੀ ਉਹਦੇ 'ਚੋਂ ਸਵਾਲ ਹੋ ਨਹੀਂ ਰਹੇ ਕਿਉਂਕਿ ਫੋਕਸ ਨਹੀਂ ਹੈ ਜੀ। ਪਰ ਕੇਂਦਰ ਦੀ ਸਰਕਾਰ ਨੂੰ ਜਦੋਂ ਵੀ ਅੱਜ ਮੰਨ ਲਓ ਈਡੀ ਦਾ ਜਿਹੜੀ ਰੇਡ ਸੁਖਪਾਲ ਖਹਿਰਾ ਦੇ ਘਰ ਹੋਈ, ਉਹਦੇ 'ਚ ਵੀ ਇਹ ਹੋਇਆ ਕਿ ਅੱਜ ਪਹਿਲੀ ਵਾਰ ਹੋਣਾ ਵੀ ਓਪੋਜੀਸ਼ਨ ਦੇ ਜਿਹੜੇ ਆਗੂ ਨੇ,
ਜਿਹੜੇ ਹਮੇਸ਼ਾ ਸੁਖਪਾਲ ਖਹਿਰਾ ਦੇ ਖਿਲਾਫ ਹੀ ਬੋਲਦੇ ਹੋਣਗੇ ਜੀ, ਅੱਜ ਉਹਨਾਂ ਦੇ ਹੱਕ 'ਚ ਆ ਕੇ ਖੜੇ। ਉਹਨਾਂ ਨੇ ਕਿਹਾ ਵੀ ਬੀਜੇਪੀ ਨੇ ਗਲਤ ਕੀਤਾ, ਕੇਂਦਰ ਨੇ ਗਲਤ ਕੀਤਾ, ਇਹ ਉਹਨਾਂ ਦੀ ਸਟ੍ਰੈਟਜੀ ਹੈ, ਇਸ ਤਰ੍ਹਾਂ ਉਹ ਕਰਦੇ ਹੈ। ਤਾਪਸੀ ਪੰਨੂ, ਅਨੁਰਾਗ ਕਸ਼ਪ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਦੀ ਵਾਰੀ ਆ ਗਈ। ਤਾਂ ਇਸ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਸਰਕਾਰ ਨੂੰ ਕੇਂਦਰ ਦਾ ਸਾਥ ਚਾਹੀਦਾ ਹੈ ਜੀ। ਕੇਂਦਰ ਦੇ ਸਾਥ ਬਿਨਾਂ ਤਾਂ ਸਟੇਟ ਚੱਲ ਹੀ ਨਹੀਂ ਸਕਦੀ ਨਾ। ਬਿਲਕੁਲ। ਹੁਣ ਤਾਂ ਸਟੇਟ 'ਚ ਵੈਸੇ ਹੀ ਵਨ ਨੇਸ਼ਨ ਵਨ ਟੈਕਸ ਵਾਲਾ ਆ ਗਏ ਜੀ। ਉਹ ਸਾਰਾ ਤੁਸੀਂ ਆਪਦਾ ਟੈਕਸ ਦੇ ਦਿੰਦੇ ਹੋ, ਫਿਰ ਆਪਦਾ ਹੀ ਪੈਸਾ ਮੰਗਣ ਵਾਸਤੇ ਉਹਨਾਂ ਦੇ ਹਾੜੇ ਕੱਢੀ ਜਾਂਦੇ ਆ ਜੀ, ਤੇ ਸਾਨੂੰ ਦੇ ਦਿਓ। FCI ਨੇ ਜੋ ਕਰਤਾ ਤੁਸੀਂ ਦੇਖੋ ਕਿ ਡਾਇਰੈਕਟ ਪੇਮੈਂਟਸ ਕਰਤੀਆਂ। ਹਰਸਿਮਰਤ ਬਾਦਲ ਨੇ ਹਾਲਾਂਕਿ ਗੱਲ ਕੀਤੀ ਸੰਸਦ ਦੇ ਵਿੱਚ ਉਹਦੀ। ਤਾਂ ਇਹ तमाम ਚੀਜ਼ਾਂ ਨੇ। ਕੇਂਦਰ ਨੇ ਇੱਕ ਗੱਲ ਸ਼ੋਰ ਹੈ, ਹੁਣ ਤੁਹਾਨੂੰ ਦੇਣਾ ਕੁਛ ਨਹੀਂ, ਇਹ ਮੰਨ ਕੇ ਚੱਲੋ। ਬਿਲਕੁਲ। ਤੁਹਾਨੂੰ ਆਪਦੇ ਵਸੀਲੇ, ਆਪਦੇ ਸਾਧਨ ਪੈਦਾ ਕਰਨੇ ਪੈਣਗੇ। ਤੁਹਾਨੂੰ ਨੈਕਸਟ ਵਰਲਡ ਦਾ ਥਾਟ ਲਿਆਣਾ ਪਊਗਾ ਕਿ ਹੁਣ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਅੱਗੇ ਤੋਰਨਾ ਹੈ ਔਰ ਪੋਲੀਟੀਸ਼ੀਅਨਸ ਨੂੰ ਓਨੈਸਟੀ ਦਿਖਾਉਣੀ ਪਊਗੀ। ਹੁਣ ਜੇ ਪੋਲੀਟੀਸ਼ੀਅਨ ਪਹਿਲਾਂ ਵਰਗੇ ਬਹੁਤ ਸਾਰੇ ਜਿਹੜੇ ਰਹੇ, ਸਾਰੇ ਨਹੀਂ ਮੈਂ ਕਹਿੰਦਾ, ਬਹੁਤ ਕਮਾਲ ਦੇ ਪੋਲੀਟੀਸ਼ੀਅਨ ਵੀ ਪੰਜਾਬ ਨੇ ਪੈਦਾ ਕੀਤੇ ਨੇ, ਪੰਜਾਬ ਦਾ ਹਾਲਾਤ ਚੰਗੇ ਨਹੀਂ ਰਹਿਣੇ ਫਿਊਚਰ ਦੇ ਵਿੱਚ। ਸਾਨੂੰ ਇਹ ਸੋਚਣਾ ਪੈਣਾ ਕਿ ਅਸੀਂ ਇੱਕ ਫੈਡਰਲ ਸਟੇਟ ਹੋਣ ਦੇ ਨਾਤੇ ਆਪ ਦਾ ਢਾਂਚਾ ਕਿਵੇਂ ਸਿੱਧਾ ਕਰਨਾ ਜੀ। ਕਿ ਅਸੀਂ ਪੋਪੂਲਿਸਟ ਵਾਅਦਿਆਂ ਤੇ ਜਾਣਾ, ਅਸੀਂ ਚੀਜ਼ਾਂ, ਇਸ ਗੱਲ ਦਾ ਕ੍ਰਿਟਿਸਿਜ਼ਮ ਹਮੇਸ਼ਾ ਹੁੰਦਾ ਵੀ ਚੀਜ਼ਾਂ ਫ੍ਰੀ ਦੇ ਕੇ ਲੋਕਾਂ ਨੂੰ ਵੋਟਾਂ ਤਾਂ ਲਈਆਂ ਜਾ ਸਕਦੀਆਂ, ਉਹਨਾਂ ਦੀ ਤਕਰੀਰ ਨਹੀਂ ਪਲਟੀ ਜਾ ਸਕਦੀ ਕਦੇ। ਬਿਲਕੁਲ ਸਹੀ, ਬਿਲਕੁਲ। ਤੁਸੀਂ ਕਰਜ਼ਾ ਮਾਫ ਕਰ ਦਿਓਗੇ, ਮੋਬਾਈਲ ਫ੍ਰੀ ਚ ਦੇ ਦਿਓਗੇ, ਲੈਪਟਾਪ ਸਾਈਕਲਸ ਦੇ ਦਿਓਗੇ, ਤੁਸੀਂ ਉਹਨਾਂ ਨੂੰ ਬੱਸਾਂ ਦੇ ਵਿੱਚ ਸਫ਼ਰ ਫ੍ਰੀ ਕਰ ਦਿਓਗੇ, ਤਾਂ ਉਹਦੇ ਨਾਲ ਉਹਨਾਂ ਦੀ ਤਕਦੀਰ ਨਹੀਂ। ਇਨਕਮ ਜਨਰੇਸ਼ਨ ਦੇ ਸੋਰਸ ਵਧਾਉਣੇ ਪੈਂਦੇ ਆ ਜੀ। ਇਨਕਮ ਕਿੱਥੋਂ ਵਧੂਗੀ? ਜੇ ਮੈਂ 100 ਰੁਪਇਆ ਕਮਾ ਰਿਹਾ ਤਾਂ ਮੈਂ 100 ਹੀ ਕਮਾ ਰਿਹਾ ਜੀ। ਔਰ ਬੱਸ ਦੇ ਵਿੱਚ ਮੈਂ ਕਿੰਨਾ ਕੁ ਸਫ਼ਰ ਕਰਨਾ, ਮੈਂ ਨੋ ਡਾਊਟ ਮੈਨੂੰ ਫਰਕ ਪਊਗਾ ਜੀ। ਹੁਣ ਕੇਂਦਰ ਤੇ ਵੀ ਤਾਂ ਇਫੈਕਟ ਪੈਂਦੇ ਆ। ਗੈਸ 1000 ਰੁਪਏ ਨੂੰ ਟੱਚ ਕਰ ਗਈ ਜੀ, ਗੈਸ ਸਿਲੰਡਰ। ਉਹ ਮੇਰਾ ਰੋਜ਼ ਹਰ ਮਹੀਨੇ ਦਰ ਮਹੀਨੇ ਮੈਨੂੰ ਚਾਹੀਦਾ ਹੈ। ਬਿਲਕੁਲ। ਪੈਟਰੋਲ ਡੀਜ਼ਲ ਦੇਖੋ ਕਿੱਥੇ ਜਾ ਰਿਹਾ ਜੀ। ਸਟੇਟ ਔਰ ਸੈਂਟਰ ਦੋਨਾਂ ਦਾ ਆਪਸੀ ਤਾਲਮੇਲ ਜ਼ਰੂਰੀ ਹੈ, ਪਰ ਜਿਸ ਤਰ੍ਹਾਂ ਸੈਂਟਰ ਦਾ ਜੋ ਰਵੱਈਆ ਹੋ ਗਿਆ ਜੀ, ਪੰਜਾਬ ਦੇ ਬੁੱਧੀਜੀਵੀਆਂ ਨੂੰ, ਚਿੰਤਕਾਂ ਨੂੰ, ਪੋਲੀਟੀਸ਼ੀਅਨਸ ਨੂੰ ਥੋੜੀ ਜਿਹੀ ਇਮਾਨਦਾਰੀ ਹੁਣ ਆਪਦੀ ਸਟੇਟ ਪ੍ਰਤੀ ਦਿਖਾਉਣੀ ਪੈਣੀ ਜੀ। ਸੁਖਪਾਲ ਖਹਿਰਾ ਜੀ ਦੇ ਬਾਰੇ ਤੁਸੀਂ ਗੱਲ ਛੇੜੀ ਹੋਈ ਸੀ ਕਿ ਵਾਕਈ ਲੱਗਦਾ ਮਕਰ ਸਾਹਿਬ ਕਿ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਜੋ ਬੰਦਾ ਸਮਰਥਨ ਦਿੰਦਾ, ਜਿਵੇਂ ਯੂਆਪਾ ਇਹਨਾਂ ਨੇ ਥੋਕ ਦੇ ਭਾਈ ਕਹਿ ਸਕਦੇ ਆ ਵੰਡਿਆ ਕੇਂਦਰ ਸਰਕਾਰ ਨੇ, ਕੀ ਲੱਗਦਾ ਕਿ ਇਹਦੇ ਪਿੱਛੇ ਵੀ ਇਹੀ ਕਾਰਨ ਹੋਊਗਾ ਜਾਂ ਹਕੀਕਤ ਕੁਝ ਹੋਰ ਆ? ਦੇਖੋ, ਸੁਖਪਾਲ ਖਹਿਰਾ ਦੇ ਪਿਛਲੇ 2 ਸਾਲਾਂ ਨੂੰ ਜੇ ਤੁਸੀਂ ਦੇਖੋ ਨਾ ਜੀ, ਤਾਂ ਲੀਡਰ ਆਫ ਆਪੋਜੀਸ਼ਨ ਹਟਣ ਤੋਂ ਬਾਅਦ ਉਹਨਾਂ ਨੇ ਰੋਲ ਪਲੇ ਅੱਛਾ ਕੀਤਾ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਪੰਜਾਬ ਦੇ ਮੁੱਦੇ ਉਹਨਾਂ ਨੇ ਬਹੁਤ ਅੱਛੇ ਉਭਾਰੇ ਜੀ। ਭਾਵੇਂ ਬੁੱਢੇ ਨਾਲੇ ਦਾ ਇਸ਼ੂ ਰਿਹਾ ਹੋਵੇ, ਯੂਆਪਾ ਦੇ ਬਹੁਤ ਸਾਰੇ ਕੇਸਸ ਦੇ ਵਿੱਚ ਉਹਨਾਂ ਨੇ ਆ ਕੇ ਉਹ ਲੜਾਈ ਲੜੀ। ਇੱਥੇ ਹੀ ਮੈਨੂੰ ਲੱਗਦਾ ਹੈ ਕਿ ਕੇਂਦਰ ਨਾਲ ਜਿਹੜਾ ਜੀ, ਜਿਹਨੂੰ ਕਹਿ ਲਓ ਵੀ ਕੇਂਦਰ ਸਰਕਾਰ ਨੇ ਇਹ ਵੈਂਡੇਟਾ ਕੀਤਾ ਹੈ ਜੀ। ਯੂਆਪਾ ਦੇ ਕੇਸਸ 'ਚ ਉਹਨਾਂ ਨੇ ਬਹੁਤ ਜ਼ਿਆਦਾ ਕੇਂਦਰ ਦੇ ਖਿਲਾਫ ਇਸ ਤਰ੍ਹਾਂ ਕੇਸਸ ਨੂੰ ਉਭਾਰਿਆ। ਔਰ ਫਿਰ ਲਗਾਤਾਰ ਫਾਰਮਰ ਐਜੀਟੇਸ਼ਨ ਦੇ ਵਿੱਚ ਦੀਪ ਸਿੱਧੂ ਹੋਣਾ ਦੇ ਹੱਕ 'ਚ ਜਦੋਂ ਕੋਈ ਨਹੀਂ ਬੋਲਿਆ ਤਾਂ ਸੁਖਪਾਲ ਖਹਿਰਾ ਬੋਲੇ। ਨੌਦੀਪ ਬਾਰੇ ਜਦੋਂ ਸੰਯੁਕਤ ਕਿਸਾਨ ਮੋਰਚਾ ਬੋਲਣ ਤੋਂ ਗਰੇਜ਼ ਕਰ ਰਿਹਾ ਸੀਗਾ ਤਾਂ ਸੁਖਪਾਲ ਖਹਿਰਾ ਨੇ ਬੋਲਣਾ ਸ਼ੁਰੂ ਕੀਤਾ। ਮਨਦੀਪ ਪੁਨੀਆ ਬਾਰੇ ਸੁਖਪਾਲ ਖਹਿਰਾ ਨੇ ਬੋਲਣਾ ਸ਼ੁਰੂ ਕੀਤਾ। ਸ਼ਿਵ ਕੁਮਾਰ, ਨੌਦੀਪ ਦੀ ਗੱਲ ਸਾਰਿਆਂ ਨੇ ਕੀਤੀ, ਸ਼ਿਵ ਕੁਮਾਰ ਦੀ ਨਹੀਂ ਕੀਤੀ, ਸੁਖਪਾਲ ਖਹਿਰਾ ਨੇ ਸ਼ਿਵ ਕੁਮਾਰ ਦੀ ਗੱਲ ਕੀਤੀ। ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਹੱਕ 'ਚ ਸੁਖਪਾਲ ਖਹਿਰਾ ਬੋਲਦੇ ਆ। ਫਾਰਮਰ ਐਜੀਟੇਸ਼ਨ ਦੇ ਪਲ ਦੇ ਉੱਤੇ ਸੁਖਪਾਲ ਖਹਿਰਾ ਨੇ ਬਹੁਤ ਵੱਡੇ ਪੱਧਰ ਤੇ ਔਰ ਖਾਸ ਤੌਰ ਤੇ ਨਵਰੀਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਸੁਪਰੀਮ ਕੋਰਟ ਤੱਕ ਜਿਹੜਾ ਕੇਸ ਲੜਨ ਦੀ ਗੱਲ ਕੀਤੀ। ਉਹਨਾਂ ਦੇ ਦਾਦਾ ਜੀ ਡਿਬਡਬਾ ਸਾਹਿਬ ਦੇ ਨਾਲ ਉਹ ਮਿਲਦੇ ਆ। ਉਹਨਾਂ ਨੇ ਕਿਹਾ ਕਿ ਸਾਡੇ ਬੜੇ ਪੁਰਾਣੇ ਪਰਿਵਾਰਕ ਸੰਬੰਧ ਨੇ ਔਰ ਉਹ ਤੁਸੀਂ ਤੁਹਾਡੇ ਯਾਦ ਹੋਣਾ ਵਿਧਾਨ ਸਭਾ ਦੇ ਵਿੱਚ ਵੀ ਆਪਾਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਸੀਗੀ ਕਿ ਸੁਖਪਾਲ ਖਹਿਰਾ ਨੇ ਸਪੈਸ਼ਲੀ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਜਿੱਥੇ ਬਾਕੀ ਸ਼ਹੀਦਾਂ ਦਾ ਨਾਂ ਲੈ ਰਹੇ ਉੱਥੇ ਨਵਰੀਤ ਨੂੰ ਵੀ ਸ਼ਹੀਦ ਕਿਹਾ ਜਾਵੇ। ਔਰ ਇਹ ਜਦੋਂ ਇਸ਼ੂਜ਼ ਚੱਕੇ ਤਾਂ ਜ਼ਾਹਰ ਜੀ ਗੱਲ ਸੀ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਸੇ ਤਰੀਕੇ ਦਾ ਸ਼ਿਕੰਜਾ ਹੁਣ ਕੱਸਦੀ ਹੈ। ਅੱਜ ਕੱਲ ਇਹ ਆਮ ਹੋ ਗਿਆ, ਅਸੀਂ ਕਹਿਣ ਲੱਗੇ ਕਿ ਜਿਹੜੀ ਆਟੋਨੋਮਸ ਬਾਡੀਜ਼ ਸੀਗੀਆਂ, ਜਿਹੜੀਆਂ ਇੰਸਟੀਟਿਊਸ਼ਨਸ ਵੱਡੀਆਂ ਦੇਸ਼ ਦੀਆਂ ਸੀਗੀਆਂ, ਜਿਨ੍ਹਾਂ ਤੇ ਕਦੇ ਕੋਈ ਦਾਗ ਨਹੀਂ ਲੱਗਿਆ ਸੀ, ਹੁਣ ਉਹਨਾਂ ਦੇ ਉੱਤੇ ਸਵਾਲ ਖੜੇ ਹੋਣੇ ਇਸ ਸਰਕਾਰ 'ਚ ਸ਼ੁਰੂ ਹੋਏ ਹੈ। ਤਾਂ ਈਡੀ ਦੀ ਵੱਡੀ ਰੇਡ ਉਹਨਾਂ ਨੇ ਕਲੀਅਰ ਕਰਤਾ ਵੀ ਮੇਰੇ ਤੇ ਕਰੋੜਾਂ ਦਾ ਕਰਜ਼ਾ ਹੈ, ਮੈਂ ਵਿਆਜ ਭਰਦਾ, ਰਿਸ਼ਤੇਦਾਰਾਂ ਤੋਂ ਲੈ ਕੇ ਵਿਆਜ ਭਰਦਾ ਤੇ ਮੇਰੇ ਕੋਲ ਕਿਹੜਾ ਪੈਸਾ ਹੈ। ਉਹਨਾਂ ਨੇ ਕਿਹਾ ਕਿ ਫੇਕ ਪਾਸਪੋਰਟ ਦੀ ਗੱਲ ਹੈ, ਮੇਰਾ ਤੇ ਮੇਰਾ ਪਰਿਵਾਰ
ਦੁਨੀਆ ਜਾਣਦੀ ਹੈ ਕਿ ਅਸੀਂ ਕੈਸਾ ਪਰਿਵਾਰ ਆ, ਔਰ ਅਸੀਂ ਫੇਕ ਪਾਸਪੋਰਟ ਕਿਉਂ ਰੱਖਾਂਗੇ, ਜੇ ਜਿਹੜੀ ਜਾਂਚ ਕਰਨੀ ਹੈ ਸਾਡੀ ਕਰ ਲਈ ਜਾਵੇ। ਸੋ ਇਸ 'ਚ ਕੋਈ ਦੋ ਰਾਏ ਨਹੀਂ ਕਿ ਇਹਨੂੰ ਦੇਖੋ, ਇਹਦੇ ਨਾਲ ਇਹ ਹੋਇਆ, ਮੈਨੂੰ ਲੱਗਦਾ ਹੈ ਕਿ ਸੁਖਪਾਲ ਖਹਿਰਾ ਨੂੰ ਇਹਦਾ ਫਾਇਦਾ ਬਹੁਤ ਹੋਣਾ ਹੈ। ਅੱਛਾ, ਇੱਕ ਵਾਰੀ ਫॉर ਦਾ ਟਾਈਮ ਬੀਇੰਗ ਤਾਂ ਉਹਨਾਂ ਦੀ ਈਡੀ ਦੇ ਨਾਲ ਜਿਹੜੇ ਉਲਝਣਗੇ ਜੀ, ਪਰ ਲੋਕਾਂ ਦੀ ਸਿੰਪਥੀ ਤਾਂ ਨਾਲ ਹੋਊਗੀ ਨਾ, ਬਿਲਕੁਲ ਲੋਕ ਨਾਲ ਆਉਣਗੇ। ਲੀਡਰ ਜਿਹੜੀ ਲੀਡਰਸ਼ਿਪ ਔਰ ਪੋਲਿਟਿਕਸ ਹੈ ਨਾ, ਇਹ ਪਰਸੈਪਸ਼ਨ ਦੀ ਗੇਮ ਹੁੰਦੀ ਹੈ ਰਮਨ, ਕਿ ਤੁਹਾਡੀ ਪਰਸੈਪਸ਼ਨ ਕਿਵੇਂ ਹੈ ਮਾਰਕੀਟ ਦੇ ਵਿੱਚ, ਲੋਕ ਤੁਹਾਡੇ ਬਾਰੇ ਕੀ ਸੋਚਦੇ ਆ। ਨੋ ਡਾਊਟ ਕਿ ਵੋਟ ਜਦੋਂ ਅਲਟੀਮੇਟਲੀ ਪੈਂਦੀ ਹੈ ਤਾਂ ਬਹੁਤ ਸਾਰੇ ਕਾਰਨ ਹੁੰਦੇ ਆ, ਲੋਕਲ ਲੈਵਲ ਦੀਆਂ 100 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਪਰ ਇੱਕ ਜਿਹੜੀ ਵੇਵ ਬਣਦੀ ਹੈ ਨਾ, ਉਹ ਪਰਸੈਪਸ਼ਨ ਬਣਾਉਂਦੀ ਹੈ। ਤੇ ਇਸ ਕਰਕੇ ਸੁਖਪਾਲ ਖਹਿਰਾ ਦੀ ਇਮੇਜ ਬਿਲਡਿੰਗ ਇਸ ਕੇਸ ਤੋਂ ਬਾਅਦ, ਕਿਉਂਕਿ ਪੰਜਾਬ ਦੀ ਓਪੋਜੀਸ਼ਨ ਵੀ ਅੱਜ ਜਿਹੜੀ ਨਾਲ ਖੜੀ ਹੈ, ਜਾਂ ਪੰਜਾਬ ਦੀ ਸੱਤਾ ਧਿਰ ਨੇ ਵੀ ਅੱਜ, ਰਾਜਕੁਮਾਰ ਵੇਰਕਾ ਹੋਣ ਜਾਂ ਬਾਕੀ ਲੀਡਰਸ ਹੋਣ, ਉਹਨਾਂ ਨੇ ਵੀ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੋ ਹੋਇਆ। ਜੀ, ਲਾਸਟ ਦੋ ਖਬਰਾਂ ਦੇ ਉੱਤੇ ਮੈਂ ਤੁਹਾਡਾ ਰਿਐਕਸ਼ਨ ਲੈਣਾ ਚਾਹੁੰਦੀ ਹਾਂ। ਪਹਿਲੀ ਤਾਂ ਇਹ ਕਿ ਇੱਕ ਪਾਸੇ ਕੱਲ ਵਿਮਨਸ ਡੇ ਤੇ ਬਜਟ ਦੇ ਵਿੱਚ ਖੁਸ਼ਹਾਲੀ ਔਰਤਾਂ ਦਾ ਸਨਮਾਨ ਤੇ ਇਹ ਤੇ ਉਹ, ਔਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਹੀ ਲਾਠੀ ਚਾਰਜ ਔਰਤਾਂ ਦੇ ਉੱਤੇ। ਮਗਰ ਸਾਹਿਬ, ਇਹ ਬੰਦ ਹੀ ਨਹੀਂ ਹੋ ਰਿਹਾ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਲਗਾਤਾਰ ਜੇ ਦੇਖੀਏ ਕਿ ਪੁਲਿਸ ਖਾਸ ਤੌਰ ਤੇ ਭੁੱਲ ਜਾਂਦੀ ਹੈ ਕਿ ਜੇ ਕੁੜੀਆਂ ਔਰਤਾਂ ਆਪਣੇ ਹੱਕ ਦੇ ਲਈ ਸੜਕ ਤੇ ਬੈਠੀਆਂ, ਬਿਹੇਵ ਕਿਵੇਂ ਕਰਨਾ ਉਹਨਾਂ ਦੇ ਨਾਲ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਵਾਰ ਨਹੀਂ ਹੋਇਆ। ਈਟੀਟੀ ਅਧਿਆਪਕਾਂ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਸੰਗਰੂਰ ਦੇ ਵਿੱਚ ਵਿਜੇਂਦਰ ਸਿੰਗਲਾ ਸਾਹਿਬ ਦੇ ਘਰ ਦੇ ਬਾਹਰ ਲਗਾਤਾਰ ਉਹ ਧਰਨੇ ਜਾਰੀ ਰਹਿੰਦੇ ਆ, ਬਾਕੀ ਟੀਚਰਸ ਦੇ ਵੱਲੋਂ ਵੀ ਰਹਿੰਦੇ ਰਹੇ ਆ। ਔਰ ਮੇਰੇ ਯਾਦ ਹੈ, ਮੈਂ ਇੱਕ ਸ਼ੋਅ ਕੀਤਾ ਸੀ ਲਗਭਗ ਸਵਾ ਸਾਲ ਪਹਿਲਾਂ, ਮੈਨੂੰ ਉਸ ਲੜਕੀ ਦਾ ਨਾਮ ਨਹੀਂ ਯਾਦ ਆ ਰਿਹਾ, ਉਹਨੇ ਬਹੁਤ ਖੁੱਲਾ ਹੋ ਕੇ ਚੈਲੰਜ ਕੀਤਾ, ਔਰ ਉਥੋਂ ਮੇਰੇ ਖਿਆਲ ਰਾਣਾ ਗੁਰਮੀਤ ਸੋਢੀ ਲੰਘ ਰਹੇ ਸੀ ਸ਼ਾਇਦ ਉਥੋਂ ਸ਼ਹਿਰ ਚੋਂ, ਔਰ ਉਹ ਗੱਡੀ ਰੋਕ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਔਰ ਫਿਰ ਉਹ ਬੜੀ ਬਰੇਵਲੀ ਉਸ ਕੁੜੀ ਨੇ ਉਦੋਂ ਜਵਾਬ ਦਿੱਤੇ ਸੀ, ਔਰ ਵਿਜੇਂਦਰ ਸਿੰਗਲਾ ਸਾਹਿਬ ਨੂੰ ਵੀ ਸਵਾਲ ਕੀਤੇ ਸੀਗੇ ਕਿ ਧੀਆਂ ਦੀ ਐਸੀ ਜਿਹੜੀ ਦਸ਼ਾ ਹੈ ਤੁਸੀਂ ਪੰਜਾਬ ਦੇ ਵਿੱਚ, ਔਰ ਉਹਦੇ ਨਿਸ਼ਾਨ ਸੀ ਪੂਰੀ ਬਾਡੀ ਤੇ, ਉਹ ਇੰਨੀਆਂ ਲਾਠੀਆਂ, ਇੰਨੇ ਪੁਲਿਸ ਨੇ ਗੰਦੇ ਤਰੀਕੇ ਨਾਲ ਬਿਹੇਵ ਕੀਤਾ। ਸਿਰਫ ਇਹ ਨਹੀਂ ਹੈ, ਮੈਨੂੰ ਲੱਗਦਾ ਕਿ ਤਰਾਸਦੀ ਹੈ ਕਿ ਅਸੀਂ ਕਸੂਰਵਾਰ ਆ ਮੀਡੀਆ ਵਾਲੇ ਜੀ, ਅਸੀਂ ਉਹਨਾਂ ਦਾ ਮੁੱਦਾ ਸਹੀ ਤਰੀਕੇ ਨਾਲ ਨਹੀਂ ਚੱਕਦੇ। ਅਸੀਂ ਕੁਛ ਇੱਕ ਕਹਿ ਲੋ ਕਿ ਸਾਨੂੰ ਵੀ ਲਾਭ ਜਿਹਾ ਹੋ ਜਾਂਦਾ ਹੈ ਕਿ ਅਸੀਂ ਸਿਰਫ ਹਾਈਲਾਈਟਡ ਖਬਰਾਂ ਵੱਲ ਵੱਧ ਧਿਆਨ ਦਿੰਦੇ ਹਾਂ ਜੀ, ਜਦ ਕਿ ਜੇ ਮੈਨੂੰ ਅਫਸੋਸ ਹੈ ਕਿ ਤੁਸੀਂ ਵੀ ਇੱਕ ਕੁੜੀ ਹੋਣ ਦੇ ਨਾਤੇ ਪਹਿਲੀ ਖਬਰ ਕਿਉਂ ਨਹੀਂ ਲਈ ਇਹ ਜੀ, ਇਹਨੂੰ ਸਾਨੂੰ ਡਿਸਕਸ ਹੀ ਪਹਿਲਾਂ ਕਰਨਾ ਚਾਹੀਦਾ ਸੀ। ਬਿਲਕੁਲ ਬਿਲਕੁਲ, ਔਰ ਉਹ ਤਸਵੀਰਾਂ ਵੀ, ਫੋਟੋਆਂ ਵੀ ਉਹ ਜਿਹੜੀਆਂ ਉਹ ਦਿਖਾਈਆਂ ਜਾਣ ਜੀ, ਅਸੀਂ ਅੱਜ ਦਿਖਾਈਏ ਇਹ ਤਸਵੀਰਾਂ, ਅਸੀਂ ਸਵੇਰ ਅੱਜ ਜ਼ਰੂਰ ਨਹੀਂ ਇਸ ਸ਼ੋਅ ਦੇ ਵਿੱਚ ਅਸੀਂ ਦਿਖਾਈਏ, ਹੁਣ ਸਕਰੀਨ ਦੇ ਉੱਤੇ ਦਿਖਾਓ ਇਹ ਤਸਵੀਰਾਂ ਕਿ ਦੇਖੋ ਕਿਸ ਕਦਰ ਇਹ ਥੱਲੇ ਡਿੱਗੀਆਂ ਪਈਆਂ ਨੇ ਕੁੜੀਆਂ, ਔਰ ਪੁਲਿਸ ਕਿਵੇਂ ਧਰੂ ਰਹੀ ਹੈ। ਬਿਲਕੁਲ, ਔਰ ਇਸ ਤੋਂ ਬਾਅਦ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੈ। ਮੈਨੂੰ ਲੱਗਦਾ ਇਹ ਸਕਰੀਨ ਵੀ ਹੁਣ ਕਾਲੀ ਹੋ ਜਾਣੀ ਚਾਹੀਦੀ ਹੈ। ਬਿਲਕੁਲ, ਕੁਝ ਸਕਿੰਟਾਂ ਵਾਸਤੇ ਐਡੀਟਰ ਇਹ ਸਕਰੀਨ ਕਾਲੀ ਕਰ ਦੇਣ ਕਿ ਸਰਕਾਰ ਦਾ ਜਿਹੜਾ ਵਰਤਾਰਾ ਇਹਨਾਂ ਕੁੜੀਆਂ ਦੇ ਨਾਲ ਔਰ ਇਹਨਾਂ ਅਧਿਆਪਕਾਂ ਦੇ ਨਾਲ ਹੈ, ਜਿਨ੍ਹਾਂ ਨੇ ਇਹ ਭਵਿੱਖ ਸਿਰਜਣੇ ਹੈ। ਬਿਲਕੁਲ, ਜਿਹੜੇ ਸਿਰਾਂ ਨੇ ਕੱਲ ਜਾ ਕੇ ਦੇਸ਼ ਨੂੰ ਚਲਾਉਣਾ ਹੈ, ਉਹਨਾਂ ਨੂੰ ਸਿਰਜਣ ਵਾਲੇ ਲੋਕ ਨੇ ਅੱਜ ਧੱਕੇ ਖਾ ਰਹੇ ਹੈ। ਉਹ ਨੌਕਰੀ ਲਈ ਦਰ ਭਟਕ ਰਹੇ ਹੈ, ਕੋਈ ਪੱਕੇ ਹੋਣ ਵਾਸਤੇ ਦਰ ਭਟਕ ਰਿਹਾ ਹੈ। ਤਾਂ ਚਲੋ ਪੋਪੂਲਿਸਟ ਵਾਦਾ ਹੀ ਕਰਦੇ ਹੋ ਕੈਪਟਨ ਸਾਹਿਬ, ਜਾਂਦੇ ਜਾਂਦੇ ਇਹਨਾਂ ਦਾ ਹੱਲ ਕਰ ਦਿਓ, ਕੀ ਪਤਾ ਦੁਬਾਰਾ ਤੁਹਾਨੂੰ ਇਹ ਵੋਟਾਂ ਪਾ ਕੇ ਜਿਤਾ ਦੇਣ। ਪਰ ਵੈਰੀ ਸੈਡ ਸਟੇਟ ਆਫ ਜੀ। ਐਫਸੀਆਈ ਨੇ ਨੂੰ ਆਪਣੀ ਉਪਜ ਵੇਚਣੀ ਹੈ ਜਿਹੜੀ ਕੋਈ ਬਹੁਤੀ ਸੌਖੀ ਨਹੀਂ। ਮੋਦੀ ਸਾਹਿਬ ਦੀ ਇੱਕ ਇਹ ਚੀਜ਼ ਨਹੀਂ ਸਮਝ ਪਾ ਰਹੇ ਕਿ ਪਹਿਲਾਂ ਹੀ ਹਜੇ ਇੰਨਾ ਬਖੇੜਾ ਖੜਾ ਹੋਇਆ ਤੇ ਇੰਨਾ ਹੌਸਲਾ ਕਿੱਥੋਂ ਮੱਕੜ ਸਾਹਿਬ, ਕਿ ਹੁਣ ਜਿਹੜੀ ਆ ਐਫਸੀਆਈ ਦਾ ਜਿਹੜਾ ਇਹਨਾਂ ਨੇ ਨਵਾਂ ਰੂਲ ਕੱਢ ਮਾਰਿਆ ਵੀ ਪਹਿਲਾਂ ਤੁਹਾਨੂੰ ਆਪਣਾ ਲੈਂਡ ਰਿਕਾਰਡ ਦਿਖਾਉਣਾ ਪੈਣਾ ਤੇ ਫਿਰ ਤੁਸੀਂ ਉਪਜ ਵੇਚ ਸਕਦੇ ਆ। ਇਹ ਪੂਰਾ ਮਾਮਲਾ ਸਾਨੂੰ ਦੇਖੋ, ਇਹਦੇ ਚ ਰਮਨ ਐਫਸੀਆਈ ਨੇ ਡਾਇਰੈਕਟ ਪੇਮੈਂਟਸ ਪਹਿਲਾਂ ਵੀ ਹੁੰਦੀਆਂ ਸੀਗੀਆਂ, ਪਹਿਲੀ ਵਾਰ ਤਾਂ ਨਹੀਂ ਹੈ। ਕੁਝ ਪਾਰਟਲੀ ਪੇਮੈਂਟਸ ਡਾਇਰੈਕਟ ਪਹਿਲਾਂ ਵੀ ਹੁੰਦੀਆਂ ਰਹੀਆਂ। ਮੈਨੂੰ ਕੁਝ ਇੱਕ ਸੱਜਣਾ ਨੇ ਦੱਸਿਆ ਕਿ ਸਾਨੂੰ ਪਿਛਲੇ ਸਾਲ ਵੀ ਮਿਲੀਆਂ ਸੀਗੀਆਂ, ਪਰ ਹੁਣ ਜਿਹੜਾ ਨੋਟੀਫਿਕੇਸ਼ਨ ਹੋਇਆ, ਜਿਹੜੀ ਸਾਰੀ ਪੇਮੈਂਟ ਹੈ 21-22 ਦੀ, ਉਹ ਡਾਇਰੈਕਟ ਜਿਹੜੀ ਐਫਸੀਆਈ ਦੀ ਪੇਮੈਂਟ ਹੋਣੀ, ਉਹ ਡਾਇਰੈਕਟ ਜਿਹੜਾ ਲੈਂਡ ਓਨਰ ਹੈ ਉਹਦੇ ਖਾਤੇ 'ਚ ਜਾਊਗੀ ਜੀ। ਔਰ ਲੈਂਡ ਓਨਰ ਦੇ ਖਾਤੇ ਜਾਣ ਦਾ ਮਤਲਬ ਹੈ ਕਿ ਤੁਹਾਨੂੰ ਲੈਂਡ ਰੈਕੋਰਡਸ ਜਿਹੜੇ ਆਪਦੇ ਆ ਉਹ ਪਹਿਲਾਂ ਪੋਰਟਲ ਦੇ ਉੱਤੇ ਜਾ ਕੇ ਉਹ ਅਪਲੋਡ ਕਰਨੇ ਪੈਣਗੇ ਔਰ ਫਿਰ ਤੁਹਾਡੀ ਆਊਗੀ। ਹੁਣ ਇਹਦੇ 'ਚ ਸਮੱਸਿਆ ਬਹੁਤ ਹੈ ਰਮਨ ਜੀ, ਬਹੁਤ ਸਾਰੇ ਲੋਕਾਂ ਕੋਲੇ ਪ੍ਰੋਪਰ ਲੈਂਡ ਰੈਕੋਰਡਸ ਨਹੀਂ ਹੈਗੇ। ਬਹੁਤ ਸਾਰੇ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ, ਬਹੁਤ ਸਾਰੇ ਲੋਕ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਕਈ ਸਾਲਾਂ ਤੋਂ ਉਹਨਾਂ ਦਾ ਰਿਲੇਸ਼ਨ ਇੰਨਾ ਅੱਛਾ ਹੈ ਠੇਕੇਦਾਰ ਨਾਲ
ਵੀ ਉਹ ਆਏ ਨਹੀਂ ਔਰ ਉਹ ਠੇਕੇ ਤੇ ਜ਼ਮੀਨ ਲੈ ਲੈਂਦੇ ਆ। ਬਿਲਕੁਲ। ਇਸ ਕਰਕੇ ਹੁਣ ਇਹ ਦੇਖੋ, ਇਹ ਲੌਂਗ ਡਿਬੇਟ ਹੈ ਵੀ ਇਹਦਾ ਫਾਇਦਾ ਹੈ ਜਾਂ ਨੁਕਸਾਨ ਹੈ, ਕਿਉਂਕਿ ਸਰਕਾਰ ਕਹਿੰਦੀ ਕਿ ਅਸੀਂ ਮਿਡਲਮੈਨ ਹਟਾਉਣਾ ਸੀ, ਮਿਡਲਮੈਨ ਹਟਾ ਰਹੇ ਹਾਂ, ਆੜਤੀਆ ਹਟਾ ਰਹੇ ਹਾਂ। ਆੜਤੀਏ ਦੇ ਪੁਆਇੰਟ ਆਫ View ਤੋਂ ਫਾਇਦਾ ਨੁਕਸਾਨ ਦੋਨੋਂ ਨੇ ਇਹਦੇ, ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਆਪਦੀ ਫਸਲ ਸਿੱਟਦੇ ਸੀ, ਤੁਸੀਂ ਸਾਰਾ ਸਾਲ ਉਹ ਤੋਂ ਪੈਸੇ ਲਏ ਹੁੰਦੇ ਸੀ, ਉਹ ਵਿਆਜ ਲਾ ਕੇ ਆਪਦੇ ਪੈਸੇ ਕੱਟ ਕੇ ਬਕਾਇਆ ਤੁਹਾਨੂੰ ਆੜਤੀਆ ਦੇ ਦਿੰਦਾ ਸੀਗਾ, 2.5% ਆਪਦਾ ਉਹਨੇ ਕਮਿਸ਼ਨ ਕੱਟਣਾ ਹੁੰਦਾ ਸੀਗਾ। ਹੁਣ ਇਹਦੇ ਚ ਕੀ ਹੋਣਾ ਕਿ ਤੁਸੀਂ ਆੜਤੀਏ ਦੇ ਨਾਲ ਤੁਹਾਡਾ ਹਿਸਾਬ ਕਿਤਾਬ ਹੈ, ਲੇਕਿਨ ਪੈਸੇ ਸਿੱਧਾ ਤੁਹਾਡੇ ਖਾਤੇ 'ਚ ਆ ਗਏ। ਤਾਂ ਹੁਣ ਕਿੰਗ ਜਿਹੜਾ ਉਹ ਫਾਰਮਰ ਜ਼ਰੂਰ ਹੋ ਗਿਆ ਵੀ ਉਹ ਆਪਦੀ ਮਰਜ਼ੀ ਹੈ ਉਹਦੀ, ਵੀ ਉਹ ਆੜਤੀਏ ਨੂੰ ਕਿੰਨੇ ਦੇ ਰਿਹਾ ਕਿੰਨੇ ਨਹੀਂ ਦੇ ਰਿਹਾ, ਪਰ ਇਹਦੇ ਨਾਲ ਰਿਲੇਸ਼ਨ ਖਰਾਬ ਹੁੰਦਾ ਜੀ। ਜਿਹੜਾ ਉਹਨਾਂ ਦਾ ਜੇ ਪੂਰਾ ਸਾਲ ਉਹ ਬੈਂਕ ਸੀਗਾ ਆੜਤੀਆ, ਉਹ ਪੈਸਾ ਦੇ ਰਿਹਾ ਸੀ, ਵਿਆਜ ਘੱਟ ਸੀ ਵੱਧ ਸੀ, ਉਹ ਡਿਬੇਟੇਬਲ ਇਸ਼ੂ ਹੁੰਦਾ। ਇਹ ਟ੍ਰਿਕ ਹੋ ਸਕਦੀ ਹੈ ਕੋਈ? ਦੇਖੋ ਟ੍ਰਿਕ ਤਾਂ ਬਹੁਤ ਸਾਫ਼ ਹੈ ਕਿ ਜਿਹੜੇ ਅਸੀਂ 3 ਕਾਨੂੰਨਾਂ ਦੀ ਗੱਲ ਕਰ ਰਹੇ ਹਾਂ, ਇਹ ਉਹਦੇ ਨਾਲ ਜੁੜਦਾ ਹੋਇਆ ਹੀ ਹੈ ਕਿ ਉਦੋਂ ਅਲੱਗਾ ਕਰਕੇ ਨਹੀਂ ਦੇਖ ਸਕਦੇ ਤੁਸੀਂ ਇਹਨੂੰ। ਉਹ ਉਹਨਾਂ ਕਾਨੂੰਨਾਂ 'ਚ ਵੀ ਸਰਕਾਰ ਇਹੀ ਹਵਾਲਾ ਦਿੰਦੀ ਹੈ ਵੀ ਅਸੀਂ ਮਿਡਲਮੈਨ ਖਤਮ ਕਰ ਰਹੇ ਹਾਂ, ਇਹ ਉਹਦੇ ਤਹਿਤ ਹੀ ਉਹਨਾਂ ਨੇ ਇਹ ਜਿਹੜਾ ਕੀਤਾ ਹੈ। ਪਰ ਇਹਦਾ ਫੌਰੀ ਤੌਰ ਤੇ ਜੇ ਦੇਖਿਆ ਜਾਵੇ, ਅੱਜ ਹਰਸਿਮਰਤ ਬਾਦਲ ਨੇ ਵੀ ਸੰਸਦ ਦੇ ਵਿੱਚ ਇਹ ਗੱਲ ਚੁੱਕੀ ਹੈ ਕਿ ਬੜੇ ਲੋਕ ਨੇ ਜਿਹੜੇ ਠੇਕੇ ਤੇ ਜ਼ਮੀਨ ਲੈਂਦੇ ਆ, ਲੈਂਡ ਰਿਕਾਰਡ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਕੋਲ ਹੋਣ, ਤਾਂ ਫਿਰ ਉਹਨਾਂ ਦੀਆਂ ਪੇਮੈਂਟਾਂ ਕਿਵੇਂ ਆਉਣਗੀਆਂ? ਬਿਲਕੁਲ। ਤਾਂ ਇਹ ਇੱਕ ਵਾਰੀ ਮੁਸੀਬਤ ਬਹੁਤ ਵੱਡੀ ਕਿਸਾਨਾਂ ਵਾਸਤੇ ਬਣਨੀ ਹੈ, ਜਿਹੜੀ ਉਹਨਾਂ ਦੀਆਂ ਪੇਮੈਂਟਸ ਦੇ ਵਿੱਚ ਜੇ ਨਹੀਂ ਆਉਣਗੀਆਂ ਤਾਂ ਤੁਹਾਡੇ ਸਾਹਮਣੇ ਆ। ਅਸੀਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਲੜਾਈ ਦੇ ਜਿਹੜੇ ਮੁਹਾਵਜ਼ਾ ਹੋਰ ਹਜੇ ਵੱਧ ਰਹੇ ਆ, ਸਰਕਾਰ ਫਾਇਦਾ ਚੁੱਕ ਰਹੀ ਹੈ। ਜਾਂਦੇ ਇੱਕ ਚੀਜ਼ ਤੇ ਹੋਰ ਰਿਐਕਸ਼ਨ ਚਾਹੁੰਦੀ ਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਬਾਰੇ ਬਿਆਨ ਦਿੱਤਾ ਹੈ ਕਿ ਜਿਵੇਂ COVID-19 ਦੇ ਉੱਤੇ ਉਹਨਾਂ ਦੀਆਂ ਫੋਟੋਜ਼ ਆ, ਤੇ ਇਹ ਅਸੀਂ ਪੰਜਾਬ 'ਚ ਵੀ ਦੇਖਦੇ ਆ ਕਿ ਚਾਹੇ ਜੇ ਸਾਈਕਲ ਦੇ ਰਹੇ ਆ ਕੋਈ, ਉਹਨਾਂ ਦੀ ਫੋਟੋ ਲੱਗ ਰਹੀ ਆ, ਆਟੇ ਦੀਆਂ ਬੋਰੀਆਂ ਉੱਤੇ ਫੋਟੋ ਲੱਗ ਰਹੀਆਂ ਹਨ ਹਾਕਮਾਂ ਦੀਆਂ, ਪਰ ਉਹਨਾਂ ਨੇ ਕਿਹਾ ਵੀ ਇੱਕ ਦਿਨ ਇਹੋ ਜਿਹਾ ਆਜੂਗਾ ਜਦੋਂ ਦੇਸ਼ ਦਾ ਨਾਮ ਵੀ ਮੋਦੀ ਸਾਹਿਬ ਦੇ ਨਾਮ ਤੇ ਹੋ ਜਾਊਗਾ। ਕੀ ਕਹਿਣਾ ਚਾਹੋਗੇ? ਨਾਮ ਸੋਹਣਾ ਲੱਗੂਗਾ, ਵਧੀਆ ਲੱਗੂਗਾ, ਬੜੇ ਲੋਕ ਐ, ਇੰਨੇ ਕਰੋੜਾਂ ਲੋਕ ਨੇ। ਇੱਕ ਮੈਨੂੰ ਗੱਲ ਯਾਦ ਆ ਗਈ, ਕੱਲ ਪਰਸੋਂ ਕਿਸੇ ਨੇ ਭੇਜਿਆ ਕਿ ਕਿਸੇ ਹੌਸਟਲ ਦੇ ਵਿੱਚ 20 ਬੰਦੇ ਕੋਈ ਦਾਲ ਖਾਂਦੇ ਸੀ ਜੀ, ਤੇ ਬਾਕੀਆਂ ਨੇ ਵਿਰੋਧ ਕਰਤਾ ਵੀ ਅਸੀਂ ਦਾਲ ਨਹੀਂ ਖਾਣੀ ਜੀ, ਅਸੀਂ ਕੁਝ ਹੋਰ ਖਾਣਾ ਹੈ। ਉਹ ਕੰਟੀਨ ਵਾਲਾ ਕਹਿੰਦਾ ਵੋਟਾਂ ਕਰਾ ਲਓ ਭਾਈ ਜੀ, ਜੇ ਨਹੀਂ ਦਾਲ ਖਾਣੀ ਮੈਂ ਕੁਝ ਹੋਰ ਬਣਾ ਦਿਆ ਕਰੂੰਗਾ। ਬਿਲਕੁਲ। ਉਹ 100 ਬੰਦਿਆਂ ਦੀ VOTING ਹੋ ਗਈ। ਉਹ 100 ਬੰਦਿਆਂ ਦੀ VOTING ਦੇ ਵਿੱਚ ਕੋਈ 10 ਕ ਬੰਦੇ ਕਹਿੰਦੇ ਜੀ ਅਸੀਂ ਚਿਕਨ ਖਾਣਾ ਹੈ, 15 ਕ ਨੇ ਕਹਿਤਾ ਜੀ ਅਸੀਂ ਖਿਚੜੀ ਖਾਇਆ ਕਰਨੀ ਹੈ, 18 ਕ ਬੰਦਿਆਂ ਨੇ ਕਹਿਤਾ ਅਸੀਂ ਕਰੇਲੇ ਖਾਣੇ ਆ। ਉਹ ਐ ਕਰਦੇ ਕਰਦੇ 100 ਬੰਦਾ ਪੂਰਾ ਹੋ ਗਿਆ ਜੀ, ਪੂਰਾ ਹੋ ਗਿਆ ਤੇ ਦਾਲ ਵਾਲੇ 20 ਰਹਿ ਗਏ। ਫਿਰ ਸਰਕਾਰ ਫਿਰ ਦਾਲ ਦੀ ਬਣ ਗਈ। ਉਹ ਜਿਹੜੇ ਮਗਰਲੇ 80 ਸੀਗੇ ਜੀ, ਜਿਨ੍ਹਾਂ ਨੇ ਦਾਲ ਨਹੀਂ ਖਾਣੀ ਸੀ, ਉਹਨਾਂ ਨੂੰ ਵੀ ਦਾਲ ਖਾਣੀ ਪਈ। ਆਉਣ ਵਾਲੇ ਸਮੇਂ ਇਹ ਤਾਂ ਜੇ ਫੋਟੋਆਂ ਨਹੀਂ ਲਵਾਉਣੀਆਂ ਜੀ, ਤੇ ਇਹਦਾ ਹੱਲ ਤਾਂ ਲੋਕਾਂ ਦੀ ਉਂਗਲ ਤੇ, ਅੱਜ ਕੱਲ ਉਂਗਲ ਤੇ ਹੈ ਜੀ। ਪਹਿਲਾਂ ਠੱਪਾ ਲੱਗਦਾ ਸੀ, ਹੁਣ ਉਂਗਲ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਅਸੀਂ ਪੋਪੂਲਿਸਟ ਵਾਅਦਿਆਂ ਵਾਲੀ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੀ ਹੁਣ ਦੀਆਂ ਸੱਤਾ ਧਿਰ ਨੇ, ਉਹ ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡਦੀਆਂ ਨੇ ਜੀ, ਉਹ ਤੁਹਾਨੂੰ ਰੈਪੀਟੀਸ਼ਨ ਦੇ ਵਿੱਚ ਰੱਖਦੀਆਂ। ਜੇ ਅੱਜ ਦਾ ਨੈਸ਼ਨਲ ਮੀਡੀਆ ਜੇ ਸਭ ਕੁਝ ਕਰ ਰਿਹਾ ਤਾਂ ਕਿਉਂ ਕਰ ਰਿਹਾ? ਕਿ ਉਹ ਤੁਹਾਨੂੰ ਕਦੇ, ਤੁਸੀਂ ਦੇਖੋ ਨਾ ਕਿ ਨੈਸ਼ਨਲ ਮੀਡੀਆ ਦਾ ਇੱਕ ਜਿਹੜਾ ਤਰੀਕਾ ਹੋ ਗਿਆ, ਬੜੀ ਤੇਜ਼ੀ ਦੇ ਨਾਲ ਐਂਕਰ ਅੱਗੇ ਸਾਨੂੰ ਇੰਨੇ ਸਾਲ ਹੋ ਗਏ, ਸਾਨੂੰ ਇਹ ਸਿਖਾਇਆ ਜਾਂਦਾ ਸੀ ਕਿ ਜਦੋਂ ਕੈਮਰੇ ਦੇ ਮੂਹਰੇ ਖੜ ਕੇ ਤੁਸੀਂ ਕੋਈ ਪੀਸ ਟੂ ਦੇ ਰਹੇ ਹੋ, ਕੋਈ ਗੱਲ ਕਰ ਰਹੇ ਹੋ, ਤਾਂ ਤੁਸੀਂ ਹਿਲਣਾ ਨਹੀਂ। ਉਹ ਬੁਰਾ ਮੰਨਿਆ ਜਾਂਦਾ ਸੀ ਕਿ ਤੁਸੀਂ ਸਟ੍ਰੇਟ ਹੋ, ਮਾਈਕ ਤੁਹਾਡਾ ਇਸ ਤਰ੍ਹਾਂ, ਤੁਹਾਨੂੰ ਸਿਖਾਈਆਂ ਜਾਂਦੀਆਂ ਸੀ। ਜਰਨਲਿਜ਼ਮ 'ਚ ਆਪਾਂ ਪੜ੍ਹੀਆਂ ਸਿੱਖੀਆਂ, ਇਲੈਕਟ੍ਰੋਨਿਕ ਮੀਡੀਆ ਦੀ ਕਲਾਸ 'ਚ ਸਾਨੂੰ ਦੱਸਿਆ ਜਾਂਦਾ ਸੀ ਕਿ ਤੁਹਾਡਾ ਮਾਈਕ ਚਿੰਨ ਦੇ ਬਰਾਬਰ ਹੋਵੇ, ਤੁਸੀਂ ਸਿੱਧੇ ਖੜੇ ਹੋ, ਕੈਮਰੇ ਵੱਲ ਅੱਖ ਹੋਣੀ ਚਾਹੀਦੀ ਹੈ ਤੁਹਾਡੀ, ਤੇ ਫਿਰ ਤੁਸੀਂ ਗੱਲ ਰੱਖ ਰਹੇ ਹੋ, ਹਨਾ। ਹੁਣ ਜੇ ਤੁਸੀਂ ਦੇਖੋ 2-3 ਚੈਨਲ ਖਾਸ ਤੌਰ ਤੇ ਐਂਕਰ ਜਿਹੜੇ ਨੂੰ ਭੱਜ ਰਹੇ ਆ, ਕੈਮਰਾਮੈਨ ਉਹਦੇ ਪਿੱਛੇ ਪਿੱਛੇ ਹੈ, ਉਹ ਬੜੀ ਤੇਜ਼ੀ ਦੇ ਨਾਲ ਦੱਸ ਰਿਹਾ, ਉਹ ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡ ਰਹੇ ਹੈ, ਕਿਉਂਕਿ ਤੁਹਾਨੂੰ ਸੈਂਸੇਸ਼ਨਲ ਲੱਗਦੀ ਹੈ ਗੱਲ। ਜੇ ਇੱਕ ਬੰਦਾ ਬਹੁਤ ਆਰਾਮ ਨਾਲ, ਜਿਵੇਂ ਰਮਨ ਕੁਮਾਰ ਹੁਣੇ ਖਬਰਾਂ ਪੜ੍ਹਦੇ ਹੁੰਦੇ ਸੀ, ਜਿਵੇਂ ਉਹ ਤੁਸੀਂ ਦੇਖੋ ਜੀ, ਉਹ ਬੜੇ ਆਰਾਮ ਨਾਲ ਤੁਹਾਨੂੰ ਦੱਸੀਏ ਕਿ ਆਹ ਵੱਡੀ ਘਟਨਾ ਹੋ ਗਈ, ਉਹ ਤੁਹਾਨੂੰ ਸੈਂਸੇਸ਼ਨ ਨਹੀਂ ਲੱਗਦੀ। ਕਿ ਉਹ ਜਿਵੇਂ ਦੱਸ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਭੂਚਾਲ ਆਇਆ, ਭੂਚਾਲ ਦੀ ਤੀਵਰਤਾ 6.5 ਸੀ। ਜੇ ਹੁਣੇ ਮੈਂ ਰੌਲਾ ਪਾ ਦਿਆ, ਵੱਡੀ ਖਬਰ ਦੱਸ ਰਿਹਾ ਤੁਹਾਨੂੰ, ਭੂਚਾਲ ਆ ਗਿਆ 6.5 ਦਾ, ਤਾਂ ਤੁਹਾਨੂੰ ਲੱਗੂ ਸ਼ਾਇਦ ਕੁਝ ਹੋ ਗਿਆ। ਤਾਂ ਤੁਸੀਂ ਉੱਠੋਗੇ, ਇੱਧਰ ਉੱਧਰ ਭੱਜੋਗੇ, 4 ਬੰਦਿਆਂ ਨੂੰ ਫੋਨ ਕਰੋਗੇ, ਔਰ ਉਹ ਲੌਂਗ ਟਰਮ ਲਈ ਤੁਹਾਡੇ ਦਿਮਾਗ 'ਚ ਰਹੂਗੀ ਗੱਲ। ਤਾਂ ਇਹੀ ਕੀਤਾ ਜਾ ਰਿਹਾ ਕਿ ਜਿਹੜੀਆਂ ਫੋਟੋਆਂ ਵਾਲੀ ਗੱਲ ਹੈ ਨਾ, ਉਸੇ ਤੇ ਆ ਰਿਹਾ। ਪੈਟਰੋਲ ਪੰਪਾਂ ਤੇ ਫੋਟੋਆਂ ਲੱਗੀਆਂ ਹੋਈਆਂ ਵੱਡੀਆਂ ਵੱਡੀਆਂ, ਸਟੇਡੀਅਮ ਉਹਨਾਂ ਦੇ ਨਾਮ ਦੇ ਉੱਤੇ ਆ, ਸਟੇਡੀਅਮ ਉਹਨਾਂ ਦੇ ਨਾਮ ਦੇ ਉੱਤੇ ਆ, ਫਿਲਮਾਂ ਬਣ ਰਹੀਆਂ ਜੀ। ਸਾਰਾ ਦਿਨ ਮੀਡੀਆ ਤੁਹਾਨੂੰ ਉਹ ਫੋਕਸ 24 ਘੰਟੇ ਤੁਹਾਡੇ ਦਿਮਾਗ 'ਚੋਂ ਨਾ ਦੇ ਰਿਹਾ ਹੈ ਜੀ।
ਇੱਕੋ ਨਾਂ ਰੈਪੂਟੇਸ਼ਨ ਚ ਦੇ ਰਿਹਾ ਤੁਸੀਂ ਜਿਹਨੂੰ ਹੇਟ ਕਰਨਾ, ਤੁਹਾਨੂੰ ਜਿਹਨੂੰ ਉਹ ਚਾਹੁੰਦੇ ਕਿ ਤੁਸੀਂ ਨਫ਼ਰਤ ਕਰੋ, ਉਹਦਾ ਨਾਮ ਹੀ ਸਿੱਟ ਰਹੇ ਆ ਜੀ। ਇਹਨੂੰ ਨਫ਼ਰਤ ਹੀ ਕਰਨੀ ਹੈ, ਭੁੱਲ ਨਾ ਜਾਇਓ, ਇਹਨੂੰ ਨਫ਼ਰਤ ਹੀ ਕਰਨੀ ਹੈ ਹਨਾ। ਜੀ। ਤੇ ਜਿਹਨੂੰ ਉਹ ਚਾਹੁੰਦੇ ਵੀ ਤੁਸੀਂ ਪ੍ਰੋ ਹੋ ਜਾਓ ਇਹਦੇ, ਉਹਦਾ ਨਾਮ ਹੀ ਸਿੱਟ ਰਹੇ ਆ। ਤਾਂ ਸਾਰਾ ਦਿਨ ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡਿਆ ਜਾ ਰਿਹਾ। ਉਹ ਸਟੇਡੀਅਮ ਦੀ ਤਾਂ ਕਮਾਲ ਹੋ ਗਈ, ਗੱਲ ਲੰਬੀ ਹੋ ਜਾਣੀ ਹੈ। ਮੈਂ ਅੱਜ ਇੱਕ ਬਲੌਗਰ ਨੂੰ ਦੇਖ ਰਿਹਾ ਸੀ ਜੀ, ਉਹਨੇ ਉਹ ਪੂਰਾ ਸਟੇਡੀਅਮ, ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਦਿਖਾਇਆ ਜੀ। ਕਿਸੇ ਵੀ ਸਟੇਡੀਅਮ 'ਚ ਨਾ ਇੱਕ ਹਾਲ ਆਫ ਫੇਮ ਹੁੰਦੀ ਹੈ, ਉੱਥੇ ਫੋਟੋਆਂ ਲੱਗਦੀਆਂ ਨੇ ਜੋ ਕ੍ਰਿਕਟਰਸ ਨੇ ਜਾਂ ਕਿਸੇ ਵੀ ਸਟੇਡੀਅਮ ਦੇ ਉਹਨਾਂ ਨੇ ਜੋ ਅਚੀਵਮੈਂਟਸ ਹੁੰਦੀਆਂ। ਮੰਨ ਲਓ ਕਿ ਕਪਿਲ ਦੇਵ ਨੇ 434ਵੀਂ ਵਿਕਟ ਜਿਹੜੀ ਹੈ ਜੀ ਉਹ ਮੋਟੇਰਾ 'ਚ ਲਈ, ਤਾਂ ਉਹਨਾਂ ਦੀ ਫਿਰ ਉਹ ਫੋਟੋ ਲੱਗਦੀ ਉਹ ਬਾਲ ਦੇ ਨਾਲ, ਪੁਰਾਣੀ ਯਾਦ, ਫਿਰ ਥੱਲੇ ਲਿਖਿਆ ਹੁੰਦਾ ਜੀ। ਉਹਦੀ ਜਿਹੜੀ ਐਂਟਰ ਕਰਦਿਆਂ ਹੀ ਰਿਸੈਪਸ਼ਨ ਦੇ ਪਿੱਛੇ ਇੱਕ ਵਾਲ ਬਣੀ ਹੋਈ ਹੈ ਜੀ, ਉਹਦੇ ਤੇ ਸਾਰੀਆਂ ਫੋਟੋਆਂ ਹੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੀਆਂ ਨੇ। ਮੋਦੀ ਸਾਹਿਬ ਉਦਘਾਟਨ ਕਰ ਰਹੇ ਆ, ਮੋਦੀ ਸਾਹਿਬ ਅੰਦਰ ਬੈਟ ਲੈ ਕੇ ਖੜੇ ਆ ਜੀ। ਮੋਦੀ ਸਾਹਿਬ ਨੇ ਉਹਨੂੰ ਪਹਿਲੀ ਵਾਰੀ ਜਦੋਂ ਪਰਦਾ ਚੁੱਕਿਆ ਉਹਦਾ ਜੀ, ਉਹ ਮੈਨੂੰ ਉਮੀਦ ਸੀ ਵੀ ਉੱਥੇ ਹੋਊਗਾ ਵੀ ਮੋਟੇਰਾ 'ਚ ਸਚਿਨ ਤੰਦੁਲਕਰ ਨੇ ਪਹਿਲਾ ਦੋਹਰਾ ਸੈਂਕੜਾ ਸਚਿਨ ਨੇ ਮੋਟੇਰਾ 'ਚ ਮਾਰਿਆ ਸੀ ਜੀ, ਵੀ ਸ਼ਾਇਦ ਸਚਿਨ ਦੇ ਹੋਊਗੀ। ਹਾਂ। ਯੁਵਰਾਜ ਸਿੰਘ ਨੇ ਜਦੋਂ 2011 ਦੇ ਕੁਆਟਰ ਫਾਈਨਲ 'ਚ ਉਹ ਵਿਨਿੰਗ ਰਨਸ ਮਾਰੇ, ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾਇਆ, ਉਹ ਮੋਟੇਰਾ ਦਾ ਗਰਾਊਂਡ ਸੀ ਅਹਿਮਦਾਬਾਦ ਦਾ। ਮੈਨੂੰ ਲੱਗਿਆ ਕਿ ਸ਼ਾਇਦ ਉਹ ਫੋਟੋਆਂ ਲੱਗੀਆਂ ਹੋਣਗੀਆਂ, ਪਰ ਸਾਡੇ ਪ੍ਰਧਾਨ ਮੰਤਰੀ ਦੀਆਂ ਮੰਨ ਲੈਣਾ ਚਾਹੀਦਾ ਹੈ ਕਿ ਕਿਸੇ ਦਿਨ ਤੁਹਾਡੇ ਪਿੰਡ ਨੂੰ, ਤੁਹਾਡੇ ਖੇਤ ਨੂੰ ਜਾਂਦੀ ਪਗਡੰਡੀ ਦਾ ਰਾਹ ਵੀ ਮੋਦੀ ਸਾਹਿਬ ਦੇ ਨਾਮ ਤੇ ਹੋ ਸਕਦਾ ਹੈ। ਨਹੀਂ, ਉਹ ਤਾਂ ਜੇ ਲੋੜ ਪਈ ਤਾਂ ਕਰ ਸਕਦੇ ਆ, ਕਿਸੇ ਵੀ ਚੀਜ਼ ਲਈ ਤਿਆਰ ਰਹਿਣਾ ਚਾਹੀਦਾ। ਨਹੀਂ, ਉਹ ਹੋਰ ਆਲਟਰਨੇਟ ਬੜੇ ਆ, ਹੋਰ ਨਾਇਕ ਬੜੇ ਪੈਦਾ ਕਰ ਸਕਦੀ ਹੈ ਸਰਕਾਰ। ਤੁਹਾਡੇ ਹੀ ਪਿੰਡ ਦੇ, ਤੁਹਾਡੇ ਹੀ ਸ਼ਹਿਰ ਦੇ ਵਿੱਚ ਜਿਹਦਾ ਕਦੇ ਨਾਂ ਨਹੀਂ ਸੁਣਿਆ ਹੋਣਾ, ਹੋ ਸਕਦਾ 5 ਸਾਲਾਂ ਬਾਅਦ ਉਹ ਤੁਹਾਡਾ ਨਾਇਕ ਹੋਵੇ ਜੀ, ਹੈਨਾ। ਕੁਛ ਇੱਕ ਨਾਮ ਦੇਸ਼ 'ਚ ਇੰਨੇ ਵੱਡੇ ਕਰ ਦਿੱਤੇ ਗਏ, ਅਸੀਂ ਤਾਂ ਭਗਤ ਸਿੰਘ ਹੋਣਾ ਨੂੰ ਜਾਂ ਲਾਲਾ ਲਾਜਪਤ ਰਾਏ ਹੋਣਾ ਨੂੰ ਨਾਇਕ ਮੰਨਦੇ ਆਏ ਆ। ਅਸੀਂ ਇਹ ਸੋਚਦੇ ਆ ਤਾਂ 2-4 ਨਾਮ ਹੋਰ ਦੇਸ਼ ਨੇ ਐਸੇ ਦਿੱਤੇ ਇਸ ਸਰਕਾਰ ਨੇ ਆ ਕੇ, ਜਿਨ੍ਹਾਂ ਦੇ ਕੰਟਰੀਬਿਊਸ਼ਨ ਡਿਬੇਟੇਬਲ ਨੇ। ਸੋ ਇਹ ਦੇਖੋ, ਇੱਕ ਬਹੁਤ ਸਾਫ਼ ਗੱਲ ਹੈ ਕਿ ਸੱਤਾ ਜਿਹੜੀ ਹੈ ਉਹ ਸਦਾ ਨਹੀਂ ਹੁੰਦੀ ਜੀ। 35 ਸਾਲ ਲੈਫਟ ਨੇ ਬੰਗਾਲ 'ਚ ਰਾਜ ਕੀਤਾ, ਹੈਨਾ। ਅੰਗਰੇਜ਼ਾਂ ਨੇ 200 ਸਾਲ ਤੋਂ ਵੱਧ ਰਾਜ ਕੀਤਾ ਭਾਰਤ ਦੇ ਉੱਤੇ। ਸੱਤਾ ਸਦਾ ਨਹੀਂ ਹੁੰਦੀ ਜੀ। ਔਰ ਜਿਹੜਾ ਰਾਜ ਕਰਨ ਵਾਲਾ, ਇਹ ਰਾਜਾ ਤਾਂ ਮੈਂ ਨਹੀਂ ਕਹੂੰਗਾ, ਅਸੀਂ ਡੈਮੋਕ੍ਰੇਸੀ 'ਚ ਰਹਿੰਦੇ, ਰਾਜੇ ਰੂਜੇ ਨਹੀਂ ਹੈਗੇ ਹੁਣ, ਕੋਈ ਵੀ ਰਾਜਾ ਨਹੀਂ ਹੈ ਹੁਣ, ਸਾਰੀ ਪ੍ਰਜਾ ਹੈ ਜੀ, ਸਾਰੇ ਹੀ ਉਹਨੇ, ਉਹਨਾਂ ਦੇ ਵਿੱਚੋਂ ਤੁਸੀਂ ਇੱਕ ਚੁਣਦੇ ਹੋ। ਤਾਂ ਅਨੁਪਮ ਖੇਰ ਨੇ ਜਿਵੇਂ ਇੱਕ ਵਾਰੀ ਕਿਹਾ ਕਿ ਤੁਸੀਂ ਆਪਦੇ ਘਰ ਦੇ ਵਿੱਚ ਜਿਹੜੀ ਭਾਸ਼ਾ ਵਰਤਦੇ ਹੋ ਨਾ, ਉਹੀ ਭਾਸ਼ਾ ਤੁਸੀਂ ਬਾਹਰ ਵੀ ਵਰਤਿਆ ਕਰੋ। ਤੁਸੀਂ ਪ੍ਰਧਾਨ ਮੰਤਰੀ ਨੂੰ ਕਿਵੇਂ ਕਹਿ ਦਿੱਤਾ ਹੈ ਕਾਵਰਡ ਹੈ, ਕਾਇਰ ਹੈ, ਫਲਾਨਾ ਹੈ, ਢਿਮਕਾ ਹੈ ਜੀ, ਤੁਸੀਂ ਆਪਦੇ ਪਿਓ ਨੂੰ ਇਹ ਗੱਲ ਕਹਿ ਸਕਦੇ ਹੋ? ਤਾਂ ਫਿਰ ਉਦੋਂ ਬਾਅਦ ਜਿਹਨੇ ਆ ਕੇ ਜਵਾਬ ਦਿੱਤਾ, ਕਹਿੰਦਾ ਮੈਂ ਪਿਓ ਵੋਟਾਂ ਨਾਲ ਤਾਂ ਨਹੀਂ ਕਹਿੰਦਾ ਲਿਆ ਜੀ, ਪਿਓ ਨੇ ਮੈਨੂੰ ਜੰਮਿਆ ਹੈ, ਪ੍ਰਧਾਨ ਮੰਤਰੀ ਤਾਂ ਮੈਂ ਵੋਟਾਂ ਨਾਲ ਚੁਣਿਆ ਜੀ, ਪਿਓ ਵੋਟਾਂ ਨਾਲ ਨਹੀਂ ਚੁਣਿਆ, ਤਾਂ ਮੈਂ ਉਹਨੂੰ ਕਾਵਰਡ ਕਹਿ ਸਕਦਾ ਹਾਂ। ਕਹਿੰਦਾ ਜਿਸ ਦਿਨ ਮੇਰਾ ਪਿਓ ਮੇਰੇ ਨਾਲ ਕੋਈ ਇਹੋ ਜੀ ਗੱਲ ਕਰੂਗਾ, ਜਿਸ ਦਿਨ ਮੇਰਾ ਪਿਓ ਮੇਰੀ ਮਾਂ ਤੇ ਹੱਥ ਚੱਕ ਦੂਗਾ, ਮੈਂ ਉਹਨੂੰ ਕਹਿ ਦੂੰਗਾ ਤੂੰ ਕਾਇਰ ਹੈ, ਕਹਿੰਦਾ ਜਾ ਕੇ। ਤਾਂ ਕਹਿੰਦਾ ਮੈਨੂੰ ਉਹ ਵੀ ਕਹਿਣ ਚ ਗਰੇਜ਼। ਰਾਜਨਾਥ ਸਾਹਿਬ ਨੇ ਬੜੀ ਇਮੋਸ਼ਨਲ ਜਿਹੇ ਹੋ ਕੇ ਕਿਹਾ ਸੀ ਕਿ ਮੈਂ ਆਹਤ ਹੁੰਨਾ ਕਿ ਜਦੋਂ ਮੋਦੀ ਜੀ ਦੇ ਬਾਰੇ ਚ ਲੋਕ ਬੁਰੇ ਨਾਰੇ ਲਾਉਂਦੇ ਆ, ਤੇ ਪਰ ਜਿਹੜਾ ਕਹਿੰਦੇ ਆ ਕਿ ਮਾਈ ਬਾਪ ਹੁੰਦੀ ਸਰਕਾਰ, ਤੇ ਜਦੋਂ ਸਰਕਾਰ ਆਹਤ ਕਰਦੀ ਹੈ ਉਹਦੇ ਵੱਲ ਕਿਸ ਦਾ ਧਿਆਨ ਨਹੀਂ ਜਾਂਦਾ। ਮਕਰ ਸਾਹਿਬ, ਅੱਜ ਦੇ ਲਈ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖ ਰਹੇ ਹੋ ਔਨ 에ਅਰ। ਸ਼ੁਕਰੀਆ।